ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਤਿੰਨ ਬਚਨ ਕਹੇ ਆ ਪਹਿਲੇ, ਤੀਰਥ, ਵਰਤ ਅਰ ਦਾਨ ਕਰ। ਇਹ ਲਫ਼ਜ਼ੀ ਅਰਥ ਪਹਿਲਾਂ ਆਪਾਂ ਕਰ ਲਈਏ ਜੋ ਰੋਜ਼ ਰੂਟੀਨ ਅਨੁਸਾਰ ਕਰਨੇ ਆ। ਤੇ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਅੱਖਰੀ ਅਰਥ ਪਹਿਲਾਂ ਔਰ ਅਖੀਰ ਤੇ ਕਰਨ ਦਾ ਭਾਵ ਕਿ ਆਪਣਾ ਜੋ ਵਿਸ਼ਾ ਹੈ, ਪ੍ਰਕਰਨ ਹੈ ਜਾਂ ਸਬਜੈਕਟ ਹੈ, ਉਹ ਅੱਜ ਦਾ ਕੀ ਹੈ। ਹਜ਼ੂਰ ਨੇ ਕਿਹਾ ਇੱਕ ਤੀਰਥ, ਦੂਸਰਾ ਸ਼ਬਦ ਵਰਤ। ਇੱਥੇ ਵਰਤ ਨਹੀਂ, ਵਾਵੇ ਨਾਲ ਨਹੀਂ, ਹਜ਼ੂਰ ਨੇ ਬੱਬੇ ਨਾਲ ਸ਼ਬਦ ਲਿਖਿਆ ਹੈ। ਤੀਰਥ, ਵਰਤ, ਅਰ ਦਾ ਅਰਥ ਹੈ ਅਤੇ, ਦਾਨ ਕਰ, ਦਾਨ ਕਰਨਾ। ਇਹਨਾਂ ਦੇ ਲਫ਼ਜ਼ੀ ਅਰਥ ਜਿਹੜੇ ਨੇ, ਕਿਉਂਕਿ ਸ਼ਬਦ ਤਿੰਨੇ ਬੜੇ ਪ੍ਰਚਲਿਤ ਨੇ, ਤੀਰਥ ਸ਼ਬਦ, ਵਰਤ ਸ਼ਬਦ ਔਰ ਦਾਨ ਲਫ਼ਜ਼, ਇਹ ਬੜੇ ਪ੍ਰਚਲਿਤ ਨੇ ਸ਼ਬਦ। ਪਰ ਇਹਨਾਂ ਸ਼ਬਦਾਂ ਦੇ ਵੀ ਅਰਥ ਨੇ। ਤੀਰਥ ਸ਼ਬਦ ਜਿਹੜਾ ਹੈ, ਇਹਦਾ ਅਰਥ ਹੈ ਮੈਲ ਨੂੰ ਧੋਣ ਵਾਲਾ, ਪਵਿੱਤਰ ਕਰਨ ਵਾਲਾ। ਇਹ ਵੀ ਕੋਸ਼ਕਾਰਾਂ ਨੇ ਅਰਥ ਕੀਤੇ ਆ ਕਿ ਉਹ ਜਗ੍ਹਾ ਜਿਸ ਜਗ੍ਹਾ ਤੇ ਮਨੁੱਖ ਦੀ ਧੁਰ ਅੰਦਰ ਦੀ ਮੈਲ ਉਤਰਦੀ ਹੈ। ਪਰ ਇੱਥੇ ਤੀਰਥ ਦੇ ਅਰਥ ਇਹ ਵੀ ਨੇ ਬਾਹਰ ਮੁਖੀ ਇਸ਼ਨਾਨ ਕਰਨ ਵਾਲੀ ਜਗ੍ਹਾ ਜਾਂ ਪਵਿੱਤਰ ਥਾਂ। ਉਂਝ ਵੈਸੇ ਜਿਹੜੇ ਤੀਰਥ ਨੇ, ਇਹਨਾਂ ਦੇ ਪੈਦਾ ਹੋਣ ਦੇ ਜਾਂ ਪ੍ਰਗਟ ਹੋਣ ਦੇ ਸਿਰਫ ਤਿੰਨ ਕਾਰਨ ਨੇ। ਪਹਿਲਾ ਕਾਰਨ ਹੁੰਦਾ ਹੈ ਕਿ ਉਹ ਜਗ੍ਹਾ ਜਿਸ ਜਗ੍ਹਾ ਤੇ ਕੋਈ ਅਵਤਾਰ, ਪੀਰ, ਪੈਗੰਬਰ, ਕੋਈ ਇਬਾਦਤ ਵਾਲੀ ਰੂਹ ਦਾ ਜਨਮ ਹੁੰਦਾ ਹੈ। ਦੂਸਰਾ, ਉਹ ਥਾਂ ਜਿਸ ਜਗ੍ਹਾ ਨੂੰ ਉਹਨੇ ਕਰਮ ਭੂਮੀ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਉਸ ਜਗ੍ਹਾ ਤੇ ਘਾਲਣਾ ਘਾਲੀ ਹੋਵੇ। ਤੀਸਰਾ ਹੁੰਦਾ ਹੈ ਕਿ ਜਿਸ ਜਗ੍ਹਾ ਤੇ ਅੰਤਲੇ ਵੇਲੇ ਉਸਨੇ ਆਪਣੇ ਸਰੀਰ ਨੂੰ ਤਿਆਗਿਆ ਹੋਵੇ। ਸਿੱਧੀ ਬਾਤ, ਜਨਮ, ਕਰਮ ਭੂਮੀ, ਘਾਲਣਾ ਜਾਂ ਜਿੱਥੇ ਉਪਦੇਸ਼ ਦਿੱਤੇ। ਤੀਸਰਾ, ਜਿੱਥੇ ਉਹਨਾਂ ਨੇ ਚਲਾਣਾ ਕੀਤਾ। ਆਮ ਤੌਰ ਤੇ ਇਹ ਤੀਰਥ। ਦੂਸਰਾ, ਇੱਥੇ ਤੀਰਥ ਦਾ ਅਰਥ ਪਵਿੱਤਰ ਕਰਨ ਦਾ ਵੀ ਅਰਥ ਮੈਂ ਲੈ ਰਿਹਾ, ਪਰ ਨਾਲ ਸ਼ਬਦ ਗੁਰਦੇਵ ਨੇ ਵਰਤਿਆ ਵਰਤ। ਆਪਾਂ ਇਹ ਵੀ ਦੇਖਾਂਗੇ ਕਿ ਗੁਰਮਤ ਅਨੁਸਾਰ ਸਤਿਗੁਰੂ ਨੇ ਕਿਸ ਢੰਗ ਨਾਲ ਕਿਹੜੇ ਕਿਹੜੇ ਤੀਰਥਾਂ ਦੇ ਇਸ਼ਨਾਨ ਦਾ ਜ਼ਿਕਰ ਕੀਤਾ ਹੈ। ਲਫ਼ਜ਼ ਹੈ ਵਰਤ। ਵੈਸੇ ਵਰਤ ਦਾ ਅਰਥ ਹੁੰਦਾ ਪ੍ਰਤਿਗਿਆ, ਪਰਨ ਕਰਨਾ। ਇਹਨੂੰ ਉਪਵਾਸ ਵੀ ਕਿਹਾ ਜਾਂਦਾ ਹੈ। ਉਂਝ ਵੈਸੇ ਇਹਦੇ ਲਫ਼ਜ਼ੀ ਅਰਥ ਵਿਦਵਾਨਾਂ ਨੇ ਪ੍ਰਤਿਗਿਆ ਔਰ ਪਰਨ ਕੀਤੇ। ਮੰਨ ਲਓ ਜਿਵੇਂ ਬੰਦਾ ਅੱਜ ਸਵੇਰ ਤੋਂ ਸ਼ਾਮ ਤੱਕ ਕਹਿੰਦਾ ਮੈਂ ਵਰਤ ਰੱਖਿਆ, ਮੈਂ ਕੁਝ ਖਾਣਾ ਨਹੀਂ, ਪਰ ਇਹ ਵੀ ਸ਼ਬਦ ਹੈ ਕਿ ਮੈਂ ਜ਼ਿੰਦਗੀ ਆਪਣੀ 'ਚ ਵਰਤ ਰੱਖਿਆ ਹੈ ਕਿ ਅੱਜ ਮੈਂ ਸਾਰਾ ਦਿਨ ਆਪਣੀ ਜ਼ਬਾਨ ਤੋਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਪਰਨੀ ਹੈ ਨਾ, ਪ੍ਰਤਿਗਿਆ। ਵਰਤ ਦਾ ਅਰਥ ਪ੍ਰਤਿਗਿਆ, ਪਰਨ। ਅੱਗੇ ਸਤਿਗੁਰੂ ਨੇ ਸ਼ਬਦ ਵਰਤਿਆ ਅਰ। ਤੀਰਥ, ਵਰਤ, ਅਰ ਦਾ ਅਰਥ ਅਤੇ। ਪਿਛਲੇ ਦਿਨੀ ਮੈਂ ਅਰਜ਼ ਕੀਤੀ ਸੀ, ਅਰ ਦਾ ਲਫ਼ਜ਼ੀ ਅਰਥ ਦੁਸ਼ਮਣ ਵੀ ਹੈ। ਇੱਥੇ ਅਰ ਦਾ ਅਰਥ ਕਰਾਂਗੇ ਅਤੇ। ਤੀਰਥ, ਵਰਤ, ਅਰ, ਦਾਨ ਕਰ। ਦਾਨ ਦਾ ਅਰਥ ਅਸੀਂ ਉਹ ਚੀਜ਼ ਦੇਣੀ, ਜੇ ਬਖਸ਼ਿਸ਼ ਦੇਣੀ, ਜਿਹੜਾ ਕਰਮ ਸਾਡੇ ਚੰਗੇ ਕਰਮਾਂ ਦੇ ਖਾਤੇ ਵਿੱਚ ਜਾਂ ਪੁੰਨ ਕਰਮ ਸ਼ਬਦ ਵਰਤ ਲਈਏ। ਹਜ਼ੂਰ ਨੇ ਕਿਹਾ ਇੱਕ ਇਨਸਾਨ ਤੀਰਥਾਂ ਤੇ ਵੀ ਜਾ ਰਿਹਾ ਹੈ, ਉਹ ਪ੍ਰਤਿਗਿਆ ਕਰਦਾ ਹੈ, ਵਰਤ ਵੀ ਰੱਖਦਾ, ਉਪਵਾਸ ਵੀ ਕਰਦਾ ਹੈ, ਆਪਣੀ ਜ਼ਿੰਦਗੀ 'ਚ ਉਹ ਦਾਨ ਵੀ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਨੇ ਇਹ ਭਲੇ ਕਰਮ ਕਰ ਰਹੇ, ਕੰਮ ਚੰਗੇ ਕਰ ਰਹੇ। ਤੀਰਥ, ਵਰਤ ਅਰ ਦਾਨ ਕਰ। ਪਰ ਇੱਕ ਜਿਹੜੀ ਕਮਜ਼ੋਰੀ ਹੈ ਉਹ ਇਹਨਾਂ ਕੰਮਾਂ ਦੇ ਉੱਤੇ ਬਿਲਕੁਲ ਸ਼ਾਹੀ ਫੇਰ ਦਿੰਦੀ ਹੈ।
ਇਹਨਾਂ ਨੂੰ ਮੇਟ ਦਿੰਦੀ ਕੀ? ਮਨ ਮੈਂ ਮਨ ਦੇ ਵਿੱਚ ਧਰੈ, ਧਾਰਨ ਕਰਦਾ ਹੈ। ਤੇ ਅਗਲਾ ਸ਼ਬਦ ਹੈ ਗੁਮਾਨ, ਇਹਦਾ ਅਰਥ ਹੋ ਗਿਆ ਹੰਕਾਰ। ਮਹਾਰਾਜ ਕਹਿੰਦੇ ਤੀਰਥ ਵੀ, ਵਰਤ ਵੀ ਤੇ ਦਾਨ, ਇਹ ਆਪਣੀ ਜ਼ਿੰਦਗੀ 'ਚ ਭਲੇ ਕਰਮ, ਭਲੇ ਨੇਮ ਨਿਭਾਉਂਦਾ ਹੈ। ਪਰ ਇੱਥੇ ਏਡਾ ਬਰੀਕ ਸ਼ਬਦ ਵਰਤਿਆ, ਮਨ ਮੈਂ ਧਰੈ ਗੁਮਾਨ। ਕਿਸੇ ਦੂਜੇ ਨੂੰ ਨਹੀਂ ਅਜੇ ਕਹਿ ਰਿਹਾ, ਆਪਣੇ ਮਨ ਦੇ ਵਿੱਚ ਆਪ ਹੀ ਫੁਰਨੇ ਬਣਾਈ ਜਾਂਦਾ ਹੈ ਕਿ ਮੈਂ ਬਹੁਤ ਵੱਡਾ ਤੀਰਥ ਇਸ਼ਨਾਨੀ ਹਾਂ। ਇਸ ਬੇਨਤੀ ਨੂੰ ਫਿਰ ਆਪ ਜੀ ਦੁਬਾਰਾ ਸੁਣਿਓ। ਇੱਥੇ ਸੂਖਸ਼ਮ ਹਉਮੈ ਦਾ ਜ਼ਿਕਰ ਕੀਤਾ ਜਾ ਰਿਹਾ। ਮਨ ਦੇ ਵਿੱਚ ਹੈ, ਬਾਹਰੋਂ ਨਿਮਰਤਾ ਨਾਲ ਕਹਿ ਰਿਹਾ ਮੈਂ ਕੁਛ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ। ਮੈਂ ਕੌਣ ਆ ਕਿਸੇ ਨੂੰ ਦੇਣ ਵਾਲਾ, ਮੈਂ ਕਿਹੜਾ ਵਾ ਇਸ਼ਨਾਨ ਕਰਨ ਵਾਲਾ, ਮੈਂ ਕੌਣ ਆ ਜਪ ਤਪ ਕਰਨ ਵਾਲਾ। ਉਹ ਬਾਹਰਮੁਖੀ ਸ਼ਬਦਾਵਲੀ ਬਿਲਕੁਲ ਨਿਮਰਤਾ ਵਾਲੀ ਵਰਤ ਰਿਹਾ। ਪਰ ਗੁਰੂ ਤੇਗ ਬਹਾਦਰ ਕਹਿੰਦੇ ਧੁਰ ਅੰਦਰ ਮਨ ਦੇ ਵਿੱਚ ਇੱਕ ਹਉਮੈ ਦਾ ਫੁਰਨਾ, ਇੱਕ ਹਉਮੈ ਦਾ ਖਿਆਲ ਧਾਰਨ ਕਰ ਚੁੱਕਾ ਹੈ ਕਿ ਅੱਜ ਮੈਂ ਤੀਰਥਾਂ ਤੇ ਜਾਣਾ, ਲੋਕ ਕਿੰਨਾ ਮਾਣ ਕਰ ਰਹੇ। ਮੇਰੇ ਤੋਂ ਵੱਧ ਤੀਰਥ ਇਸ਼ਨਾਨੀ ਕੌਣ, ਮੇਰੇ ਤੋਂ ਵੱਧ ਦਾਨੀ ਕੌਣ, ਮੇਰੇ ਜਿੰਨਾ ਕਿਸੇ ਨੇ ਵਰਤ ਰੱਖਣ ਦੀ ਪ੍ਰਤਿੱਗਿਆ ਕਰ ਲੈਣੀ ਹੈ। ਇੱਥੇ ਗੁਰੂ ਜੀ ਕਹਿੰਦੇ ਨੇ ਮਨ 'ਚ ਫੁਰਨੇ ਪੈਦਾ ਕਰ ਰਹੇ, ਮਨ ਦੇ ਵਿੱਚ ਇਹ ਖਿਆਲ ਪੈਦਾ ਹੋ ਰਹੇ ਹੰਕਾਰ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਅੰਦਰ ਖੌਮੇ ਦੇ ਫੁਰਨੇ ਮੈਂ ਕਰ ਰਿਹਾ। ਤੇ ਮਹਾਰਾਜ ਕਹਿੰਦੇ ਆ ਇਹਦਾ ਫਲ ਪਤਾ ਕੀ? ਨਾਨਕ ਨਿਹਫਲ। ਨਿਹਫਲ ਦਾ ਅਰਥ ਹੈ ਫਲ ਤੋਂ ਰਹਿਤ, ਅਸਫਲ, ਜਿਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ, ਕੋਈ ਫਲ ਨਹੀਂ ਮਿਲਣਾ। ਨਾਨਕ ਨਿਹਫਲ ਜਾਤ ਤੇ, ਜਾਤ ਦਰ ਤੇ ਜਾਂਦੇ ਨੇ ਉਹ ਤੀਰਥ, ਉਹ ਦਾਨ ਔਰ ਉਹ ਵਰਤ ਨਿਹਫਲ ਚਲੇ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਆਖਰ ਬੰਦਾ ਘਰ ਛੱਡ ਕੇ ਤੀਰਥਾਂ ਤੇ ਜਾ ਰਿਹਾ ਹੈ, ਵਰਤ ਰੱਖ ਰਿਹਾ ਹੈ, ਦਾਨ ਕਰ ਰਿਹਾ ਹੈ, ਤੇ ਨਿਹਫਲ ਕਿਵੇਂ ਚਲੇਗਾ? ਉਹਦੀ ਸਾਧਨਾ ਨਹੀਂ। ਤੇ ਅੱਗੇ ਸਤਿਗੁਰੂ ਉੱਤਰ ਦਿੰਦੇ ਆ ਕਿ ਜਿਉਂ ਕੁੰਚਰ ਇਸ਼ਨਾਨ, ਜਿਉਂ ਦਾ ਅਰਥ ਹੈ ਜਿਵੇਂ, ਤੇ ਕੁੰਚਰ ਦਾ ਲਫ਼ਜ਼ੀ ਅਰਥ ਹੈ ਹਾਥੀ। ਮੈਂ ਇਸ ਕਰਕੇ ਯਤਨ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਹਰ ਦਾ ਸਦਕਾ ਕਿ ਇੱਕ ਇੱਕ ਸ਼ਬਦ ਜਿਹੜਾ ਹੈ ਉਹਦੇ ਅਰਥ ਜ਼ਰੂਰ ਹੋ ਜਾਣ। ਆਪ ਵਿੱਚ ਬਹੁਤ ਐਸੇ ਸੱਜਣ ਨੇ ਜਿਨ੍ਹਾਂ ਨੂੰ ਅਰਥਾਂ ਦਾ ਤਕਰੀਬਨ ਪਤਾ ਵੀ ਹੈ। ਕਈ ਸੱਜਣ ਐਸੇ ਵੀ ਕਥਾ ਵਿਚਾਰ ਸੁਣ ਰਹੇ ਨੇ ਜਿਨ੍ਹਾਂ ਨੂੰ ਹੋ ਸਕਦਾ ਹੈ ਇਹਨਾਂ ਲਫ਼ਜ਼ਾਂ ਦੇ ਅਰਥਾਂ ਦਾ ਪਤਾ ਨਾ ਹੋਵੇ। ਆਪਣਾ ਮਕਸਦ ਇਹ ਵੇ ਕਿ ਸਤਿਗੁਰੂ ਜੋ ਕਹਿ ਰਹੇ ਨੇ ਪਹਿਲਾਂ ਇਹਦੇ ਲਫ਼ਜ਼ੀ ਅਰਥ ਜ਼ਰੂਰ ਪਤਾ ਹੋਣ। ਇੱਥੇ ਸਾਹਿਬ ਕਹਿੰਦੇ ਨਾਨਕ ਨਿਹਫਲ ਜਾਤ ਤੇ, ਇਹ ਜਿਹੜੇ ਨੇ ਨਿਹਫਲ ਚਲੇ ਜਾਂਦੇ ਨੇ। ਜਿਉਂ ਕੁੰਚਰ, ਮੈਂ ਅਰਥ ਕੀਤਾ ਜਿਉਂ ਦਾ ਅਰਥ ਜਿਵੇਂ, ਕੁੰਚਰ ਦਾ ਅਰਥ ਹਾਥੀ। ਅਗਲਾ ਲਫ਼ਜ਼ ਹੈ ਇਸ਼ਨਾਨ, ਜਿਵੇਂ ਹਾਥੀ ਦਾ ਇਸ਼ਨਾਨ ਹੈ ਇਸੇ ਤਰ੍ਹਾਂ ਨਿਹਫਲ ਚਲੇ ਜਾਂਦੇ ਆ। ਇਹ ਤਿੰਨ ਕਰਮ ਤੀਰਥ ਵਰਤ ਅਰਦਾਨ ਕਰ, ਪਰ ਉਦੋਂ ਜਾਂਦੇ ਆ ਜਦੋਂ ਬੰਦੇ ਦੇ ਮਨ ਵਿੱਚ ਹੰਕਾਰ ਦੇ ਖਿਆਲ ਪੈਦਾ ਹੋ ਜਾਣ। ਕਿਉਂਕਿ ਹਾਥੀ ਦਾ ਇੱਕ ਸੁਭਾਅ ਹੈ, ਉਹਨੂੰ ਆਪ ਜੀ ਦਰਿਆ ਵਿੱਚ ਇਸ਼ਨਾਨ ਕਰਾਓ, ਕਿਤੇ ਛੱਪੜ ਵੀ ਟੋਬੇ ਵਿੱਚ ਇਸ਼ਨਾਨ ਕਰਾ ਦਿਓ, ਉਹਨੂੰ ਮਲ ਮਲ ਕੇ ਬੰਦਾ ਕੋਈ ਸਾਬਣ ਨਾਲ ਨਵਾ ਵੀ ਦੇ, ਉਹਨੇ ਜਦੋਂ ਨਹਾ ਕੇ ਬਾਹਰ ਨਿਕਲਣਾ ਤੇ ਇੱਕੋ ਦਮ ਉਹਨੇ ਆਪਣੇ ਤਨ ਦੇ ਉੱਤੇ ਖੇ ਮਿੱਟੀ ਜੋ ਹੈ ਉਹਨੂੰ ਆਪਣੀ ਸੁੰਡ ਦੇ ਨਾਲ ਫਿਰ ਆਪਣੇ ਤਨ ਦੇ ਉੱਤੇ, ਆਪਣੇ ਮੱਥੇ ਤੇ ਸੱਟਣ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ ਅੱਗੇ ਤਾਂ ਸੁੱਕਾ ਸੀ ਤੇ ਚਲੋ ਜੇ ਕਿਤੇ ਧੂੜ ਪੈਂਦੀ ਤੇ ਹਵਾ ਆਉਂਦੀ ਉੱਡ ਜਾਂਦੀ, ਹੁਣ ਇਹ ਗਿੱਲਾ ਵੀ ਹੋ ਗਿਆ ਪਾਣੀ ਨਾਲ, ਤੇ ਜਿਹੜੀ ਮਿੱਟੀ ਹੁਣ ਪਾਉਂਦਾ ਪਿਆ ਇਹ ਸੁੱਕੀ ਮਿੱਟੀ ਤੋਂ ਖਤਰਨਾਕ, ਇਹਨੇ ਚਿੱਕੜ ਬਣ ਕੇ ਕਈ ਦਿਨ ਇਹਦੇ ਪਿੰਡੇ ਤੇ ਚੰਬੜੀ ਰਹਿਣਾ ਹੈ। ਪਿਆਰਿਓ ਖੌਮੇ ਤਾਂ ਉਂਝ ਵੀ ਮਾੜੀ ਹੈ, ਪਰ ਜਦੋਂ ਧਰਮ ਦੇ ਕਰਮ ਤੇ ਖੌਮੇ ਹੋ ਜਾਏ ਉਦੋਂ ਇਨਸਾਨ ਕਿੱਥੇ ਜਾਏਗਾ? ਹਜ਼ੂਰ ਨੇ ਕਿਹਾ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਵਿਅਰਥ ਚਲਾ ਜਾਂਦਾ ਹੈ, ਇਸੇ ਤਰ੍ਹਾਂ ਇਹ ਕਰਮਾਂ ਦਾ ਅਹੰਕਾਰ ਕਰਨ ਵਾਲਾ ਬੰਦਾ, ਉਹਦੇ ਇਹ ਕੀਤੇ ਹੋਏ ਚੰਗੇ ਕਰਮ ਵੀ ਨਿਹਫਲ ਚਲੇ ਜਾਂਦੇ ਆ। ਇਹ ਨੇ ਇਸ ਅੰਮ੍ਰਿਤ ਬਚਨ ਦੇ ਅੱਜ ਆਖਰੀ ਅਰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਦੋ ਤਿੰਨ ਬੇਨਤੀਆਂ ਆਰੰਭ 'ਚ ਮੈਂ ਇਹ ਕਰਾਂਗਾ,
ਇੱਕ ਪੱਖ ਹੈ ਹਿੰਦੁਸਤਾਨ ਤੀਰਥਾਂ ਦਾ ਘਰ ਹੈ, ਇੱਥੇ 68 ਤੀਰਥਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ। ਪਰ ਆਪ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤੀਰਥ ਸ਼ਬਦ ਦੀ ਮਹਾਨਤਾ ਦੀ ਬਹੁਤ ਵਡਿਆਈ ਕੀਤੀ ਹੈ। ਇਹਦੀ ਜਿਹੜੀ ਤੀਰਥ ਹੈ ਇਹ ਕਿਵੇਂ ਮੈਲ ਧੋਂਦਾ ਹੈ ਤੇ ਤੀਰਥ ਕੀ ਹੈ, ਗੁਰਬਾਣੀ ਨੇ ਉਹਦਾ ਵੀ ਨਿਰਣਾ ਕੀਤਾ। ਪਹਿਲਾ ਪੱਖ ਮੈਂ ਆਪ ਨੂੰ ਇਹ ਬੇਨਤੀ ਕਰਾਂਗਾ ਕਿ ਇਨਸਾਨ ਭਲੇ ਦੇ ਕਰਮ ਕਰੇ, ਚੰਗੀ ਗੱਲ ਹੈ ਭਲਾ ਕਰੇ, ਪਰ ਜਦੋਂ ਅੰਦਰ ਇਹ ਖਿਆਲ ਉਪਜਣ ਲੱਗ ਪੈਂਦੇ ਨੇ, ਇਹ ਫੁਰਨੇ ਬਣ ਲੱਗ ਪੈਂਦੇ ਨੇ ਕਿ ਮੈਂ ਇਹ ਭਲਾ ਕਰਮ ਕਰ ਰਿਹਾ, ਤੇ ਉਹ ਜਿਹੜਾ ਮੈਂ ਦਾ ਫੁਰਨਾ ਹੈ ਉਹ ਇੰਨਾ ਖਤਰਨਾਕ ਹੈ, ਉਹ ਇੰਨਾ ਅੰਦਰ ਦਾ ਕੰਮ ਖਰਾਬ ਕਰ ਦਿੰਦਾ ਹੈ ਕਿ ਜਿਵੇਂ ਇੱਕ ਉਦਾਹਰਨ ਹੈ ਭਾਈ ਸਾਹਿਬ ਨੇ ਦਿੱਤੀ ਹੈ, ਕਹਿਣ ਲੱਗੇ ਵਿਗੜੈ ਚਾਟਾ ਦੁੱਧ ਦਾ ਕਾਂਜੀ ਦੀ ਚੁੱਕ ਹੈ। ਭਾਈ ਗੁਰਦਾਸ ਸਾਹਿਬ ਦੀਆਂ 2 ਸਤਰਾਂ। ਮੰਨ ਲਓ ਆਪ ਜੀ ਗਾਵਾਂ ਮੱਝਾਂ ਦਾ ਦੁੱਧ ਚੋ ਕੇ ਲਿਆਂਦਾ, ਇੱਕ ਚਾਟਾ ਜਾਂ ਇੱਕ ਗਾਗਰ ਜਾਂ ਕੋਈ ਭਾਂਡਾ ਉਸ ਦੁੱਧ ਨਾਲ ਭਰ ਦਿੱਤਾ। ਹੁਣ ਦੇਖੋ ਉਸ ਦੁੱਧ ਪਿੱਛੇ ਕਮਾਈ ਕਿੰਨੀ ਹੈ। ਆਖਰ ਪਸ਼ੂ ਨੇ ਚਰਿਆ, ਚਾਰਾ ਖਾਧਾ ਜਾਂ ਬਾਹਰ ਖੇਤਾਂ 'ਚ ਪੈਲੀ 'ਚ ਚਰ ਕੇ ਆਇਆ, ਉਹਦਾ ਦੁੱਧ ਬਣਿਆ। ਪਰ ਜਦੋਂ ਉਹ ਦੁੱਧ ਦਾ ਭਾਂਡਾ ਭਰਿਆ ਗਿਆ ਤੇ 1-2 ਬੂੰਦਾਂ ਕਾਂਜੀ ਦੀਆਂ ਪਾਈਆਂ, ਦੁੱਧ ਬੜਾ ਕੀਮਤੀ ਸੀ, ਉਹ 2-4 ਕਾਂਜੀ ਦੀਆਂ ਬੂੰਦਾਂ ਨੇ ਉਸ ਦੁੱਧ ਨੂੰ ਖਰਾਬ ਕਰ ਦਿੱਤਾ। ਪਿਆਰਿਓ, ਕਈ ਵਾਰੀ ਚੰਗੇ ਕਰਮਾਂ ਰੂਪੀ ਦੁੱਧ ਬੰਦਾ ਇਕੱਠਾ ਕਰਦਾ ਹੈ ਤੇ ਜਦੋਂ ਅੰਦਰੋਂ ਖੌਮੇ ਦੇ ਫੁਰਨੇ ਉੱਠਦੇ ਨੇ, ਉਹ ਸੱਚ ਇਹ ਚੰਗੇ ਕਰਮਾਂ ਕੀਤਿਆਂ ਹੋਇਆਂ ਨੂੰ ਇਸ ਤਰ੍ਹਾਂ ਖਰਾਬ ਕਰ ਜਾਂਦਾ ਹੈ ਜਿਵੇਂ ਕਾਂਜੀ ਦੀਆਂ ਬੂੰਦਾਂ ਦੁੱਧ ਨੂੰ ਵਿਗਾੜ ਜਾਂਦੀਆਂ। ਇੱਥੇ ਇੱਕ ਪੱਖ ਲੈਣਾ, ਮੈਂ ਕੱਲ ਵੀ ਕਿਹਾ ਸੀ, ਕਿਤੇ ਇਹਨੂੰ ਕਹਿ ਲੈ ਕਾਂਜੀ ਦੀਆਂ ਪੂੰਦਾਂ ਨਿਕਲੀਆਂ ਪਨੀਰ ਬਣਾ ਲਾਂਗੇ। ਸਿਰਫ ਇੱਥੇ ਇੱਕ ਪੱਖ ਹੈ। ਭਾਈ ਸਾਹਿਬ ਕਹਿ ਰਹੇ ਆ ਵਿਗੜਾ ਚਾਟਾ ਦੁੱਧ ਦਾ ਕਾਂਜੀ ਦੀ ਚੁੱਕ ਹੈ। ਥੋੜੀ ਜੀ ਕਾਂਜੀ ਪਾਓ ਤੇ ਦੁੱਧ ਦਾ ਚਾਟਾ ਵਿਗੜ ਜਾਂਦਾ ਹੈ। ਸਹਸ ਮਣਾ ਰੂਈ ਜਲੈ ਚੰਗਿਆਰੀ ਧੁੱਖ ਹੈ। ਹਜ਼ਾਰਾਂ ਮਣ ਰੂੰ ਦੀਆਂ ਪੰਡਾਂ ਹੋਣ, ਗੱਠਾਂ ਹੋਣ, ਇੱਕ ਨਿੱਕੀ ਜੀ ਚੰਗਿਆੜੀ, ਇੱਕ ਨਿੱਕੀ ਜੀ ਚਿਣਗ, ਹਜ਼ਾਰਾਂ ਮਣ ਰੂੰ ਦੇ ਵਿੱਚ ਟਿਕਾ ਦਿਓ। ਇੱਕ ਚੰਗਿਆੜੀ ਉਸ ਹਜ਼ਾਰਾਂ ਮਣ ਰੂਹ ਨੂੰ ਸਾੜ ਕੇ ਰਾਹ ਕਰ ਦਿੰਦੀ ਏ। ਭਲੇ ਕਰਮ, ਚੰਗੇ ਕਰਮ ਇਨਸਾਨ ਕਰਦਾ, ਪਰ ਇੰਨਾ ਸੁਚੇਤ ਰਹਿਣਾ ਪੈਂਦਾ ਹੈ। ਇਹ ਪਰਮਾਤਮਾ ਅੱਗੇ ਅਰਦਾਸਾਂ ਹੀ ਨੇ। ਅੱਗੇ ਅਸੀਂ ਬਾਣੀ 'ਚ ਇਸ ਸੰਬੰਧੀ ਬੇਨਤੀ ਕਰਾਂਗਾ ਕਿ ਦੇਖੋ, ਜਿਵੇਂ ਇੱਕ ਕਾਂਜੀ ਦੀ ਬੂੰਦ ਦੁੱਧ ਨੂੰ ਫਟਾ ਦਿੰਦੀ ਹੈ, ਜਿਵੇਂ ਇੱਕ ਨਿੱਕੀ ਜਿਹੀ ਚਿਣਗ ਰੂਹ ਨੂੰ ਸਾੜ ਦਿੰਦੀ ਹੈ, ਇੱਕ ਹਉਮੈ ਦਾ ਫੁਰਨਾ ਕਈ ਵਾਰੀ ਕੀਤੇ ਹੋਏ ਭਲੇ ਕਰਮਾਂ ਨੂੰ ਵੀ ਨਾਸ਼ ਕਰਕੇ ਚਲਾ ਜਾਂਦਾ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਸਾਹਿਬ ਨੇ, ਵਿਗੜੈ ਚਾਟਾ ਦੁੱਧ ਦਾ ਕਾਂਜੀ ਦੀ ਚੁੱਕ ਹੈ, ਸਹਿਸ ਮਣਾ ਰੂਈ ਜਲੈ ਚੰਗਿਆਰੀ ਧੁੱਖ ਹੈ। ਮੈਂ ਸਿਰਫ ਇੱਕ ਉਦਾਹਰਨ ਲਈ ਇਸ ਪੱਖੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਕਿ ਲੋਕ ਤੀਰਥਾਂ 'ਤੇ ਜਾਂਦੇ ਆ, ਇਸ਼ਨਾਨ ਕਰਦੇ ਨੇ, ਤੇ ਅਸੀਂ ਇਸ ਪੱਖ ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਗੁਰਮਤਿ ਅਨੁਸਾਰ ਜੋ ਹੈ ਉਹ ਵੀ ਅਸੀਂ ਜ਼ਰੂਰ ਦੇਖਾਂਗੇ। ਤੀਰਥ 'ਤੇ ਗਏ, ਉੱਥੇ ਇਸ਼ਨਾਨ ਵੀ ਕੀਤਾ, ਦਾਨ ਪੁੰਨ ਵੀ ਕੀਤਾ, ਪਰ ਅੰਦਰੋਂ ਖੌਮੇ ਦੀ ਮੈਲ ਨਹੀਂ ਗਈ। ਗੁਰੂ ਸਾਹਿਬ ਕਹਿੰਦੇ ਉਲਟੀ ਸਗਵੀਂ ਉਹ ਮੈਲ ਚੜਾ ਕੇ ਆ ਗਏ। 2-3 ਬਾਬਾ ਜੀ ਦੀ ਬਾਣੀ ਦੇ ਬਚਨ ਨੇ। ਹਜ਼ੂਰ ਨੇ ਫਰਮਾਇਆ ਕਿ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਗੁਰੂ ਨਾਨਕ ਸਾਹਿਬ ਜੀ ਤੀਰਥਾਂ 'ਤੇ ਇਸ਼ਨਾਨ ਕਰਨ ਚੱਲੇ ਆ ਤੇ ਮਨ ਦੇ ਅੰਦਰ ਖੋਟ ਹੈ। ਮਨ ਖੋਟੇ, ਨੰਨੇ ਨੂੰ ਸਿਹਾਰੀ, ਮਨ ਵਿੱਚ ਮਨ ਖੋਟੇ ਤਨ ਚੋਰ। ਤੇ ਤਨ ਦੇ ਵਿੱਚ ਜਿਹੜੇ ਨੇ ਉਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਹੜੇ ਨੇ ਚੋਰ ਬੈਠੇ ਆ। ਘਰੋਂ ਤੁਰ ਪਿਆ ਤੀਰਥ ਇਸ਼ਨਾਨ ਕਰਨ ਲਈ। ਕਈ ਵਾਰੀ ਕਈ ਇਨਸਾਨ ਪਾਪਾਂ ਦੀ ਕਮਾਈ ਕਰਦੇ ਆ, ਹੱਕ ਖੋਹ ਕੇ ਖਾਂਦੇ ਆ, ਤੇ ਉਹ ਪਾਪਾਂ ਦੀ ਕਮਾਈ ਕਰਕੇ ਫਿਰ ਤੀਰਥਾਂ 'ਤੇ ਦਾਨ ਪੁੰਨ ਕਰਨ ਲਈ ਤੁਰ ਪੈਂਦੇ। ਵਾਹਿਗੁਰੂ ਜੀ, ਜਿਹੜਾ ਬੰਦਾ ਆਪਣੇ ਨੌਕਰ ਦੇ ਪੈਸੇ ਵੀ ਮਾਰ ਲੈਂਦਾ ਹੈ, ਜਿਹੜਾ ਬੰਦਾ ਦੁਕਾਨ 'ਤੇ ਬੈਠਾ ਗ੍ਰਾਹਕਾਂ ਨਾਲ ਵੀ ਠੱਗੀਆਂ ਮਾਰੀ ਜਾਂਦਾ ਹੈ, ਤੇ ਉਦੋਂ ਬਾਅਦ ਜਾ ਕੇ ਕਹੇ ਨਹੀਂ ਜੀ ਮੈਂ ਤਾਂ ਮਹਾਰਾਜ ਦੇ ਦਾਨ ਕਰਕੇ ਆਇਆ। ਮੈਂ ਆਪ ਨੂੰ ਇਸ ਸੰਬੰਧੀ ਵੀ ਕਹਾਂਗਾ, ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਇਸ ਸੰਬੰਧੀ ਬਖਸ਼ਿਸ਼ ਕਰਦੇ ਆ। ਹਜ਼ੂਰ ਨੇ ਕਿਹਾ ਨਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ।
ਮਨ ਵਿੱਚ ਖੋਟ ਹੈ, ਅੰਦਰ ਵਿਕਾਰ ਰੂਪੀ ਚੋਰ ਨੇ, ਇੱਕ ਭਾਉ ਲੱਥੀ ਨਾਤਿਆਂ। ਇੱਥੇ ਭਾਉ ਦਾ ਅਰਥ ਹਿੱਸਾ। ਆਪ ਸਭ ਨੂੰ ਪਤਾ ਹੈ ਬਾਣੀ ਵਿੱਚ ਭਾਉ ਦਾ ਅਰਥ ਪ੍ਰੇਮ ਹੀ ਹੈ। ਜਿਵੇਂ ਅਸੀਂ ਭਾਉ ਸ਼ਬਦ ਪੜ੍ਹਨੇ, ਹਜ਼ੂਰ ਨੇ ਫਰਮਾਇਆ ਗਾਵੀਐ ਸੁਣੀਐ ਮਨ ਰੱਖੀਐ ਭਾਉ। ਉੱਥੇ ਭਾਉ ਦਾ ਅਰਥ ਹੈ ਪ੍ਰੇਮ, ਇੱਥੇ ਭਾਉ ਦਾ ਲਫ਼ਜ਼ੀ ਅਰਥ ਕਰਾਂਗੇ ਹਿੱਸਾ। ਇਹ ਸ਼ਬਦ ਨੂੰ ਬਾਬੇ ਫਰੀਦ ਨੇ ਵਰਤਿਆ। ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ। ਉੱਥੇ ਵੀ ਭਾਉ ਦਾ ਅਰਥ ਹੈ ਹਿੱਸਾ। ਮਹਾਰਾਜ ਕਹਿੰਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ। ਇੱਕ ਹੀ ਹਿੱਸਾ ਇਸ਼ਨਾਨ ਕੀਤਿਆਂ ਲੈ ਗਿਆ। ਕੀ? ਜਿਵੇਂ ਮੰਨ ਲਓ ਪਿੰਡੇ ਤੇ ਮੈਲ ਹੈ, ਧੂੜ ਜੰਮੀ ਹੈ, ਜਾ ਕੇ ਟੁੱਬੀ ਮਾਰੀ ਉਸ ਅਸਥਾਨ ਤੇ, ਇਹਦੀ ਮੈਲ ਉਤਰ ਗਈ ਤੇ ਮਹਾਰਾਜ ਕਹਿੰਦੇ ਦੋਏ ਭਾ ਚੜੀਐਸ ਹੋਰ। ਜਿਵੇਂ ਇੱਥੇ ਕਹਿ ਰਹੇ ਨਾ ਕਿ ਜੋ ਕੁੰਚਰ ਇਸ਼ਨਾਨ, ਦੋਏ ਭਾ ਹੋ ਗਿਆ। ਇੱਕ ਤਰਫ ਤਾਂ ਉਸ ਹਾਥੀ ਦੀ ਮੈਲ ਉਤਰ ਗਈ ਪਾਣੀ ਨਾਲ, ਤਦੋਂ ਨੇ ਬਾਹਰ ਨਿਕਲ ਕੇ ਆਪਣੀ ਸੁੰਡ ਨਾਲ ਉੱਤੇ ਫਿਰ ਮਿੱਟੀ ਸੱਟ ਲਈ। ਪਿਆਰਿਓ ਦੁਗਣਾ ਕੰਮ ਖਰਾਬ ਹੋ ਗਿਆ। ਵੇਖੋ ਸਤਿਗੁਰੂ ਕਹਿ ਰਿਹਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ। ਭਾਈ ਵਾਹਿਗੁਰੂ ਜੀ ਅੱਗੇ ਸਤਿਗੁਰੂ ਕਹਿ ਰਿਹਾ ਬਾਹਰ ਧੋਤੀ ਤੁੰਬੜੀ, ਬਾਹਰ ਲੌਕੀ ਨੂੰ ਧੋ ਦਿਓ, ਅੰਦਰ ਵਿਸ਼ ਨਕੋਰ। ਬਾਹਰੋਂ ਤੁੰਬੜੀ ਧੋਤੀ। ਆਪਾਂ ਘਰੋਂ ਅੰਮ੍ਰਿਤਸਰ ਹੀ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ ਹਾਂ, ਜਦੋਂ ਗੱਡੀ 'ਚ ਬੈਠਨੇ ਆ ਗੁਰੂ ਰਾਮਦਾਸ ਜੀ ਲਈ ਕੀ ਲੈ ਕੇ ਚੱਲੇ ਆ? ਕਹਾਂਗੇ ਸਹੀ ਦਸਵੰਧ ਦੀ ਭੇਟਾ ਆ ਕੁਛ, ਬੜੀ ਚੰਗੀ ਗੱਲ ਹੈ। ਪਰ ਪਿਆਰਿਓ ਘਰੋਂ ਚੱਲਦਿਆਂ ਸਾਰ ਇੱਕ ਨੇਮ ਬਣਾ ਲਈਏ ਵੀ ਮੈਂ ਇੰਨਾ ਪਾਠ ਸਤਿਗੁਰੂ ਦੇ ਦਰਬਾਰ ਤੱਕ ਜਾਣ ਤੱਕ ਕਰਨਾ ਹੀ ਕਰਨਾ ਹੈ। ਯਤਨ ਕਰੀਏ ਰਸਤੇ 'ਚ ਨਾ ਬੋਲੀਏ, ਯਤਨ ਕਰੀਏ ਉੱਥੇ ਇਸ਼ਨਾਨ ਕਰੀਏ, ਉੱਥੇ ਪਰਿਕਰਮਾ ਕਰੀਏ। ਮੈਂ ਇੱਕ ਉਦਾਹਰਨ ਦੇ ਰਿਹਾ, ਕੀਰਤਨ ਸੁਣੀਏ, ਬਾਣੀ ਸੁਣੀਏ ਤੇ ਬਹੁਤ ਵਧੀਆ ਹੋਵੇ। ਜੋ ਕੁਝ ਰਸਤੇ 'ਚ ਆਪਾਂ ਪਾਠ ਕਰਕੇ ਗਏ ਹਾਂ, ਸਿਮਰਨ ਕਰਕੇ ਗਏ ਹਾਂ, ਕਿਉਂਕਿ ਉਹਦੇ ਨਾਲ ਸਾਡੇ ਅੰਦਰ ਨੂੰ ਸਤਿਗੁਰੂ ਦੇ ਦਰ ਤੋਂ ਉਹ ਵਾਈਬ੍ਰੇਸ਼ਨ, ਉਹ ਔਰਾ ਸਾਨੂੰ ਰਸਤੇ ਵਿੱਚ ਹੀ ਕਿਰਪਾ ਕਰਨ ਲੱਗ ਪੈਂਦਾ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਜਾਵਾਂਗੇ, ਸਿਮਰਨ ਕਰਦੇ ਜਾਵਾਂਗੇ, ਜਦੋਂ ਉੱਥੇ ਜਾ ਕੇ ਕਹੀਏ ਸੱਚੇ ਪਾਤਸ਼ਾਹ ਤੇਰਾ ਸਿੱਖ, ਤੇਰੇ ਦਰ 'ਤੇ ਤੁਸੀਂ ਰਸਤੇ 'ਚ ਇੰਨੀ ਮਿਹਰ ਕੀਤੀ, ਮੈਂ ਇੰਨਾ ਕੁਝ ਆਪ ਜੀ ਦੇ ਚਰਨਾਂ 'ਚ ਭੇਟਾ ਲੈ ਕੇ ਹਾਜ਼ਰ ਹੋਇਆ, ਤੇ ਕਿਰਪਾ ਕਰਿਓ ਇਸ ਭੇਟਾ ਨੂੰ ਸਵੀਕਾਰ ਕਰ ਦਿਓ। ਜਿਹੜਾ ਅੱਜ ਰਸਤੇ ਵਿੱਚ ਇੰਨਾ ਨੇਮ ਨਿਭਾਇਆ, ਮਿਹਰ ਕਰੋ ਮੇਰੀ ਸਾਰੀ ਜ਼ਿੰਦਗੀ ਦਾ ਹਿੱਸਾ ਬਣ ਜਾਏ। ਫਿਰ ਤਾਂ ਵੇਖੋ ਪਿਆਰਿਓ ਇਸ਼ਨਾਨ ਦਾਨ ਕਿੰਨਾ ਕੁ ਫਲੀਭੂਤ ਹੁੰਦਾ ਹੈ। ਪਰ ਉਂਝ ਜ਼ਿਆਦਾਤਰ ਮੈਂ ਦੇਖਿਆ ਜੀ, ਤਕਰੀਬਨ ਬੰਦੇ ਜਾਂਦੇ ਆ, ਆਉਣ ਲੱਗਿਆ ਰਾਹ 'ਚ ਨਿੰਦਿਆ, ਪ੍ਰਬੰਧ ਦੀ ਨਿੰਦਿਆ, ਸਰਾਂ ਦੀ ਨਿੰਦਿਆ, ਉੱਥੋਂ ਦੇ ਸਾਰੇ ਸਿਸਟਮ ਦੀ ਨਿੰਦਿਆ, ਆ ਵੀ ਮਾੜਾ, ਆ ਵੀ ਮਾੜਾ। ਇੱਥੋਂ ਤੱਕ ਦੇਖਿਆ ਬੰਦੇ ਹਿੰਦੁਸਤਾਨ ਦੀ ਧਰਤੀ 'ਤੇ ਕਈ ਸਾਲਾਂ ਬਾਅਦ ਹੁੰਦੇ ਆ, 15 ਸਾਲ ਬਾਅਦ ਹੀ ਹਰਿਮੰਦਰ ਸਾਹਿਬ ਆਏ। ਜੇ ਪੁੱਛੋ ਆਂਦਾ ਪੁੱਛੋ ਕੁਝ ਨਾ ਜੀ, ਬੜਾ ਬੁਰਾ ਹਾਲ ਜੇ ਜੀ, ਜੋ ਸੁਣਿਆ ਸੀ ਉਹ ਕੁਝ ਦੇਖਿਆ। ਮੈਂ ਕਹਾਂਗਾ ਬਿਲਕੁਲ ਕਮਜ਼ੋਰੀਆਂ ਨੇ, ਪਰ ਘੱਟੋ ਘੱਟ ਤੂੰ ਜਿਸ ਨੂੰ ਮਿਲਣ ਆਇਆ ਹੈ, ਤੂੰ ਆਪਣੇ ਅੰਦਰ ਉਸ ਭਾਵਨਾ ਨੂੰ ਰੱਖ ਕੇ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਉੱਤੇ ਪ੍ਰਮਾਤਮਾ ਦੀ ਇਬਾਦਤ ਕਰ, ਉੱਥੇ ਸ਼ਬਦ ਦੀ ਦਾਤ ਲੈ ਕੇ ਜਾ। ਇਹ ਕੁਦਰਤ ਦਾ ਨੇਮ ਆਪਣੇ ਮਨ 'ਚ ਆਏਗਾ, ਦਾ ਮਤਲਬ ਔਗਣਾ ਨੂੰ ਬੜਾਵਾ। ਮਹਾਰਾਜ ਨੇ ਇੱਕ ਬਾਣੀ 'ਚ ਬਚਨ ਕਿਹਾ, ਹਜ਼ੂਰ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਪਟਨੇ ਦੀ ਧਰਤੀ 'ਤੇ ਉਚਾਰਨ ਕੀਤਾ ਸੀ, ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਮਹਾਰਾਜ ਕਹਿੰਦੇ ਨੇ ਪਾਣੀ ਦੇ ਵਿੱਚ ਜਾਲਾ ਵੀ ਹੈ, ਪਾਣੀ ਦੇ ਵਿੱਚ ਕਮਲ ਦਾ ਫੁੱਲ ਵੀ ਹੈ, ਤੇ ਪਾਣੀ ਵਿੱਚ ਡੱਡੂ ਵੀ ਹੈ। ਕਮਲ ਦਾ ਫੁੱਲ ਜਿਹੜਾ ਹੈ ਉਹ ਵੀ ਉਸ ਚਿੱਕੜ ਵਿੱਚੋਂ ਰਸ ਲੈ ਕੇ ਨਿਰਲੇਪ ਹੋ ਗਿਆ, ਤੇ ਡੱਡੂ ਉਸੇ ਪਾਣੀ ਦੇ ਵਿੱਚ ਜਾਲਾ ਪੈਦਾ ਹੋ ਗਿਆ, ਉਸੇ ਵਿੱਚ ਕਮਲ ਦਾ ਫੁੱਲ ਪੈਦਾ ਹੋ ਗਿਆ। ਪਾਣੀ ਤਾਂ ਇੱਕੋ ਹੀ ਹੈ ਨਾ, ਉਹਦੇ ਜਾਲਾ ਵੀ ਪੈਦਾ ਹੋ ਗਿਆ ਤੇ ਕਮਲ ਦਾ ਫੁੱਲ ਵੀ। ਇਹ ਗੱਲ ਯਾਦ ਰੱਖੋ, ਸਭ ਅੱਛਾ ਕਦੀ ਵੀ ਨਹੀਂ ਹੋਣਾ। ਬਸ ਆਪਾਂ ਇਹ ਦੇਖਣਾ ਆਪਾਂ ਜਾਲਾ ਬਣਨਾ ਕਿ ਕਮਲ ਦੇ ਫੁੱਲ ਬਣਨਾ ਹੈ। ਮਹਾਰਾਜ ਕਹਿੰਦੇ ਆ ਵੇਖ ਉਹ ਕਮਲ ਦਾ ਫੁੱਲ ਵੀ ਉਹਦੇ 'ਚੋਂ ਨਿਕਲਿਆ। ਇਸੇ ਕਰਕੇ ਮੈਂ ਥੋੜ੍ਹੀ ਜਿਹੀ ਬੇਨਤੀ ਕੀਤੀ ਜੀ, ਤੀਰਥ ਦਾ ਇੱਕ ਪੱਖ ਹੈ ਕਿ ਇੱਕ ਤਾਂ ਤੂੰ ਨਿੰਦਿਆ ਕਰਕੇ ਆ ਗਿਆ ਵਾਪਸ, ਤੇ ਇਹ ਇੱਕ ਭੈੜੀ ਐਸੀ ਬਿਮਾਰੀ ਹੈ
ਅੱਜ ਮੈਂ ਜਦੋਂ ਇਹ ਵਿਚਾਰ ਰਿਹਾ ਸਾਂ ਬੈਠਾ ਇਕੱਲਾ, ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਚੇਤੇ ਆਇਆ। ਮਹਾਰਾਜ ਕਹਿੰਦੇ ਨੇ ਜਦੋਂ ਬੰਦਾ ਨਿੰਦਕ ਹੋ ਜਾਏ ਨਾ, ਉਦੋਂ ਸਾਰੇ ਕਰਮ ਇਸ ਤਰ੍ਹਾਂ ਸੜਦੇ ਆ ਜਿਵੇਂ ਰੂਹ ਨੂੰ ਚਿਣਗ ਲੱਗਦੀ। ਮਹਾਰਾਜ ਦਾ ਇੱਕ ਬਚਨ ਹੁੰਦਾ, ਤੈ ਨਰ ਕਿਆ ਪੁਰਾਨ ਸੁਨ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਮਨ ਮੈਂ ਧਰੇ ਗੁਮਾਨ। ਤੈ ਨਰ ਕਿਆ ਪੁਰਾਨ ਸੁਨ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਖਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਜਦੋਂ ਤੂੰ ਪੂਰਾ ਤਵਾ ਹੀ ਲਾ ਦਿੱਤਾ, ਰਸਤੇ 'ਚ ਆਉਂਦਿਆਂ ਜਾਂਦਿਆਂ ਗੁਰਮੁਖਾ ਇਹ ਸਭ ਕੁਝ ਖਤਮ ਕਰਕੇ ਆ ਗਿਆ ਹੈ। ਕਈ ਵਾਰੀ ਅਸੀਂ ਕਿਸੇ ਬੰਦੇ ਨੂੰ ਇੰਨਾ ਜਾਣਦੇ ਨਹੀਂ ਹੁੰਦੇ, ਉਸ ਸੰਬੰਧੀ ਆਪਣੇ ਕਮੈਂਟ ਦੇ ਦਿੰਦੇ ਆ, ਉਸ ਸੰਬੰਧੀ ਆਪਣੇ ਖਿਆਲ ਦੇ ਦਿੰਦੇ ਆ। ਨਹੀਂ ਪਿਆਰਿਓ, ਮੈਂ ਇੱਕ ਬੇਨਤੀ ਕਰਨਾ ਹੁੰਦਾ, ਹਨੇਰੇ 'ਚ ਤੀਰ ਨਾ ਚਲਾਓ, ਉਹਦਾ ਫਲ ਕਈ ਵਾਰੀ ਬੜਾ ਭੈੜਾ ਨਿਕਲਦਾ, ਰਿਜ਼ਲਟ ਮਾੜਾ ਨਿਕਲਦਾ। ਹਨੇਰੇ 'ਚ ਸਮਝੋ ਇਸ ਬੇਨਤੀ ਨੂੰ। ਸਰਵਣ ਪਾਣੀ ਭਰਦਾ ਪਿਆ, ਦਸ਼ਰਥ ਨੇ ਹਨੇਰੇ 'ਚ ਤੀਰ ਚਲਾ ਦਿੱਤਾ। ਕਈ ਵਾਰੀ ਹਨੇਰੇ 'ਚ ਚੱਲਿਆ ਹੋਇਆ ਤੀਰ ਸਰਵਣ ਵਰਗੇ ਚੰਗੇ ਮਾਪਿਆਂ ਦੇ ਆਗਿਆਕਾਰੀ ਪੁੱਤਰ ਨੂੰ ਵੀ ਮਾਰ ਦਿੰਦਾ ਹੈ। ਉਸ ਹਨੇਰੇ 'ਚ ਚੱਲੇ ਹੋਏ ਤੀਰ ਦਾ ਔਲਾਦ ਦਾ ਵਿਛੋੜਾ ਦਸ਼ਰਥ ਨੂੰ ਵੀ ਸਹਿਣਾ ਪੈ ਜਾਂਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਨੇ ਕਿਹਾ, ਕਹਿੰਦੇ ਨੇ ਤੀਰ ਤੇ ਜਾਏ ਤੇ ਅੰਦਰ ਖੌਮੇ। ਅੱਜ ਗੁਰੂ ਤੇਗ ਬਹਾਦਰ ਸਾਹਿਬ ਇਹ ਸ਼ਬਦ ਕਹਿ ਰਹੇ ਆ, ਇਸੇ ਨੂੰ ਗੁਰੂ ਜੀ ਨੇ ਕਿਹਾ, ਤੀਰਥ ਜਾਊਂ ਤਾਂ ਹਉ ਹਉ ਕਰਤੇ। ਤੀਰਥ ਤੇ ਜਾਣੇ ਆ, ਉੱਥੇ ਖੌਮੇ ਦਾ ਪ੍ਰਗਟਾਵਾ। ਮੈਂ ਇੰਨਾ ਕੁਝ ਕੀਤਾ, ਤੀਰਥ ਜਾਊਂ ਤਾਂ ਹਾਂ ਹਉ ਕਰਤੇ, ਪੰਡਿਤ ਪੁੱਛੋਂ ਤਾਂ ਮਾਇਆ ਰਾਤੇ। ਮਹਾਰਾਜ ਕਹਿੰਦੇ ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ। ਉੱਥੇ ਹਉਮੈ ਹੈ, ਮੈਨੂੰ ਉਹ ਥਾਂ ਦੱਸੋ ਜਿਸ ਥਾਂ ਤੇ ਹਰ ਵਕਤ ਕਰਤਾਰ ਪਰਮਾਤਮਾ ਰੱਬ ਦਾ ਕੀਰਤਨ ਹੁੰਦਾ ਹੋਵੇ, ਜਿੱਥੇ ਉਹਦੀ ਇਬਾਦਤ ਹੋਵੇ। ਇੱਥੇ ਸਤਿਗੁਰੂ ਨੇ ਕਿਹਾ, ਭਾਈ ਤੀਰਥ ਤੇ ਜਾ ਰਹੇ ਹੈ, ਕੰਮ ਭਲਾ ਕਰ ਰਹੇ ਹੈ, ਪਰ ਅੰਦਰ ਤੇਰੀ ਜਿਹੜੀ ਖੌਮੇ ਹੈ, ਅੰਦਰ ਵਾਸ਼ਨਾ ਹੈ। ਦੂਸਰਾ ਸ਼ਬਦ ਮੈਂ ਵਰਤਾਂਗਾ, ਇੱਥੇ ਗੁਰੂ ਜੀ ਨੇ ਵਰਤ ਵਰਤਿਆ। ਮੈਂ ਪਹਿਲਾਂ ਇਹਦੇ ਅਰਥ ਕਰਨ ਲੱਗਾ, ਫਿਰ ਅਸੀਂ ਦੇਖਦੇ ਹਾਂ ਮਹਾਰਾਜ ਦੇ ਇੱਕ ਪਾਖੇ ਵੀ ਰੱਖਿਆ, ਕਿਹੜਾ ਤੀਰਥ, ਕਿਹੜਾ ਦਾਨ, ਕਿਹੜਾ ਵਰਤ। ਦੂਸਰਾ ਵਰਤ ਪ੍ਰਤਿਗਿਆ, ਵੀ ਮੈਂ ਅੱਜ ਸਾਰਾ ਦਿਨ ਪ੍ਰਸ਼ਾਦਾ ਨਹੀਂ ਛਕਣਾ, ਮੈਂ ਇਸ ਦਿਨ ਦਾ ਵਰਤ ਰੱਖਿਆ ਹੈ। ਮਹਾਰਾਜ ਕਹਿੰਦੇ ਨੇ ਤੂੰ ਵਰਤ ਵੀ ਰੱਖ ਲਿਆ, ਪਰ ਉਸ ਵਰਤ ਨੂੰ ਰੱਖ ਕੇ ਵੀ ਤੇਰੇ ਅੰਦਰ ਸਾਰਾ ਦਿਨ ਖਿਆਲ ਕੀ ਚੱਲਦੇ ਰਹੇ? ਕੀ ਤੂੰ ਰੋਟੀ ਨੂੰ ਤਾਂ ਇਸ ਮੂੰਹ 'ਚੋਂ ਰੋਕ ਲਿਆ ਵੀ ਮੈਂ ਖਾਣਾ ਨਹੀਂ ਖਾਣਾ, ਰੋਟੀ ਨਹੀਂ ਖਾਣੀ, ਕੋਈ ਚੀਜ਼ ਨਹੀਂ ਖਾਣੀ। ਮੂੰਹ ਤਾਂ ਤੂੰ ਪ੍ਰਤਿਗਿਆ ਕਰਕੇ ਰੋਕ ਲਿਆ, ਪਰ ਆਪਣੇ ਮਨ ਦਾ ਮੂੰਹ ਕਿਵੇਂ ਰੋਕੇਗਾ, ਜਿਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਫੁਰਨੇ ਤੂੰ ਵਰਤ ਵਾਲੇ ਦਿਨ ਵਿੱਚ ਵੀ ਅੰਦਰ ਸੱਟੀ ਗਿਆ। ਚੰਗੇ ਮੰਦੇ ਸਾਰੇ ਫੁਰਨੇ ਆ ਗਏ। ਗੁਰੂ ਜੀ ਨੇ ਕਿਹਾ, ਇੱਕ ਤੀਰਥ ਇਸ਼ਨਾਨ, ਦੂਸਰਾ ਵਰਤ, ਤੀਸਰਾ ਸਤਿਗੁਰੂ ਕਹਿੰਦੇ ਨੇ ਦਾਨ, ਕਿਸੇ ਨੂੰ ਆਪਣੇ ਹੱਥੋਂ ਕੁਝ ਦੇਣਾ। ਗੁਰੂ ਸਾਹਿਬ ਦਾ ਮੈਂ ਇਹ ਫਿਰ ਬੇਨਤੀ ਕਰਾਂ, ਇੱਕ ਪੱਖ ਹੁਣ ਦਾਨ ਬੰਦਾ ਦਿੰਦਾ ਹੈ। ਉਂਝ ਤਾਂ ਵੈਸੇ ਮੈਂ ਬੇਨਤੀ ਕਰਨਾ ਹੁੰਦਾ, ਰੱਬ ਨੂੰ ਦਾਨ ਨਹੀਂ ਦਿੱਤਾ ਜਾਂਦਾ। ਲਓ ਸਾਰੇ ਵਰਤਨੇ, ਮੈਂ ਵੀ ਵਰਤਣਾ। ਗੁਰੂ ਨੂੰ ਕੌਣ ਹੈ ਦਾਨ ਦੇਣ ਵਾਲਾ? ਨਹੀਂ ਪਿਆਰਿਓ, ਗੁਰਮਤ ਵਿੱਚ ਇੱਕ ਸ਼ਬਦ ਹੈ ਸਾਡੇ, ਪਿਛਲੇ ਦਿਨ ਵੀ ਕਿਹਾ ਸੀ, ਭੇਟਾ ਦਿੰਦੇ ਆ ਅਸੀਂ, ਦਾਨ ਨਹੀਂ ਦਿੰਦੇ ਗੁਰੂ ਨੂੰ। ਗੁਰੂ ਨੂੰ ਭੇਟਾ ਦਿੱਤੀ ਜਾਂਦੀ ਹੈ। ਜਦੋਂ ਦਾਨ ਦਿੱਤਾ ਜਾਂਦਾ, ਹੱਥ ਦੀ ਮੁਦਰਾ ਇਸ ਤਰ੍ਹਾਂ ਹੁੰਦੀ ਹੈ, ਇੰਜ ਦਾਨ ਦੇਈਦਾ ਹੈ। ਥੱਲੇ ਕੋਈ ਤਲੀ ਕਰ ਰਿਹਾ ਹੈ, ਉੱਤੋਂ ਹੱਥ ਨਾਲ ਕੋਈ ਦੇ ਰਿਹਾ ਹੈ। ਪਰ ਜਦੋਂ ਭੇਟਾ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਨਹੀਂ, ਭੇਟਾ ਹੱਥਾਂ ਉੱਤੇ ਰੱਖ ਕੇ ਚੱਲਣੇ। ਇਹੀ ਕਾਰਨ ਕਦੀ ਤੁਸੀਂ ਦੇਖਿਓ, ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਕੋਈ ਰੁਮਾਲਾ ਸਾਹਿਬ ਲੈ ਕੇ ਆਉਂਦਾ ਹੈ ਨਾ, ਉਹ ਇਸ ਤਰ੍ਹਾਂ ਨਹੀਂ, ਹੱਥਾਂ ਉੱਤੇ ਰੱਖ ਕੇ। ਇਹਦਾ ਭੇਟਾ ਦਾ ਅਰਥ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ, ਤੇਰੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਮਾਲਕ ਮੈਂ ਨਜ਼ਰਾਨਾ ਦੇਣ ਆਇਆ, ਭੇਟਾ ਦੇਣ ਆਇਆ। ਪਰ ਜੇ ਬੰਦਾ ਦਾਨ ਕਰੇ, ਲੋੜਵੰਦ ਦੀ ਪੁੰਨ ਪਾਪ ਦੋਨੋਂ ਨੇ ਜੀ। ਬਾਬਾ ਜੀ ਨੇ ਬਾਣੀ 'ਚ ਕਿਹਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਹੁਣ ਪਾਪ ਪੁੰਨ ਦੋਨੋਂ ਨੇ, ਕਰਮ ਤੇ ਹੈ,
ਤੇ ਜੇ ਬੰਦਾ ਦਾਨ ਕਰਕੇ ਇਹ ਮਨ ਚ ਤਾਂ ਛੱਡੋ ਪਿਆਰਿਓ, ਪਹਿਲਾਂ ਤਾਂ ਪੱਥਰ ਲੋਕਾਂ ਕਾਲੇ ਕੀਤੇ ਹੁੰਦੇ ਆ, ਪੂਰੇ ਪੱਖੇ ਕਾਲੇ ਕੀਤੇ ਆ, ਸਭ ਕੁਝ ਮੈਂ ਇੰਨਾ ਦਾਨ ਕੀਤਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਈ ਵਾਰੀ ਜ਼ਿਆਦਾਤਰ ਬੰਦਿਆਂ ਦੀ ਬਿਰਤੀ ਐਸੀ ਹੈ, ਕਿਉਂਕਿ ਅੱਜ ਸਬਜੈਕਟ ਚੱਲਦਾ ਗੁਮਾਨ ਵਾਲਾ। ਮਤਾ ਇਹ ਸੋਚਿਓ ਵੀ ਭਾਈ ਸਾਹਿਬ ਨੈਗੇਟਿਵ ਅੱਜ ਬੋਲੀ ਜਾਂਦੇ ਆ, ਕਿਉਂਕਿ ਸਬਜੈਕਟ ਇਹ ਗੁਰੂ ਜੀ ਨੇ ਅੱਜ ਕਿਹਾ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਮਨ ਚ ਹੰਕਾਰ। ਹੁਣ ਦਾਨ ਦਿੱਤਾ, ਫੁਰਨਾ ਬਣਾ ਲਿਆ ਮੈਂ ਇੰਨਾ ਕੋਈ ਦਿੱਤਾ। ਇੱਕ ਆਸਾ ਕੀ ਵਾਰ ਵਿੱਚ ਮਹਾਰਾਜ ਜੀ ਦਾ ਬਚਨ ਹੁੰਦਾ, ਤੁਕ ਹੈ। ਚਲੋ ਮੈਂ ਪੂਰਾ ਸ਼ਬਦ ਨਹੀਂ ਪੜਾਂਗਾ, ਮੁਸਲਮਾਨਾ ਸਿਬਤ ਸਰਈਅਤ ਸਲੋਕ ਪੂਰਾ ਨਹੀਂ। ਉਹਦੇ ਵਿੱਚ ਸਤਿਗੁਰੂ ਨੇ ਕਿਹਾ ਦੇ ਦੇ ਮੰਗੈ ਸਹਿਸਾ ਗੁਣਾ, ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੈ ਸੰਸਾਰ। ਇਸ ਤੁਕ ਦੇ ਅਰਥ ਇੱਕ ਗੁਣਾ ਬੰਦਾ ਦਿੰਦਾ ਹੈ ਤੇ ਉਹਦੇ ਬਦਲੇ ਅਰਦਾਸ ਕਰਕੇ ਉਂਝ ਕਹਿ ਰਿਹਾ ਕਿ ਮੈਂ ਧਰਮ ਦੀ ਕਿਰਤ ਚੋਂ ਇਹ ਕੁਝ ਦੇਣ ਆਇਆ, ਮੈਂ ਦਾਨ ਦੇਣ ਆਇਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਦਰ ਫੁਰਨੇ ਇਹ ਬਣਾਉਂਦਾ ਹੈ ਕਿ ਮੈਂ ਤੇਰੇ ਬਾਰੇ ਸੁਣਨਾ, ਤੂੰ ਪਤਤ ਪਾਵਨੇ, ਤੂੰ ਕਿਰਪਾ ਨਿਧਾਨ ਹੈ, ਤੇ ਚੰਗੇ ਕਰਮ ਕਰੀਏ ਤੂੰ ਬਰਕਤਾਂ ਪਾਣਾ ਹੈ, ਤੇ ਮੈਂ ਤੈਨੂੰ ਇੱਕ ਗੁਣਾ ਦਿੱਤਾ ਹੈ, ਮੈਨੂੰ ਭਰੋਸਾ ਹੈ ਇਹਦੇ ਬਦਲੇ ਮੈਨੂੰ ਅਗਲੇ ਸਾਲ ਤੱਕ ਤੂੰ 1000 ਗੁਣਾ ਜ਼ਰੂਰ ਦੇਵੇਂਗਾ। ਮਹਾਰਾਜ ਕਹਿੰਦੇ ਨੇ ਦਾਨ ਹੈ, ਦੇ ਦੇ ਮੰਗੈ ਸਹਿਸਾ ਗੁਣਾ, ਇੱਕ ਗੁਣਾ ਦਿੰਦਾ ਹੈ 1000 ਗੁਣਾ ਮੰਗਦਾ ਹੈ। ਤੇ ਫਿਰ ਪ੍ਰਬੰਧਕਾਂ ਦੀ ਵੀ ਸ਼ਾਮਤ ਆ ਜਾਂਦੀ। ਪਿਆਰਿਓ ਥੋੜ੍ਹਾ ਜਿਹਾ ਕਿਤੇ ਗ੍ਰੰਥੀ ਸਾਹਿਬ ਤੋਂ ਨਾ ਬੋਲਿਆ ਜਾਏ ਅਰਦਾਸ ਵਿੱਚ, ਕਈ ਵਾਰੀ ਬੰਦਾ ਭੁੱਲ ਜਾਂਦਾ ਤੇ ਉਹਦੀ ਸ਼ਾਮਤ ਆ ਜਾਂਦੀ, ਤੂੰ ਸਾਡਾ ਨਾਂ ਕਿਉਂ ਨਹੀਂ ਲਿਆ, ਕਿਉਂ ਨਹੀਂ ਦੱਸਿਆ ਸਾਡੇ ਬਾਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੇਖ ਤੂੰ ਆਪਣੇ ਮਨ ਨੂੰ ਪੁੱਛ ਕੇ ਵੇਖ, ਇੱਕ ਗੁਣਾ ਤੂੰ ਪਾ ਰਿਹਾ ਹੈ, 1000 ਗੁਣਾ ਤੂੰ ਆਊਟਪੁੱਟ ਮੰਗ ਰਿਹਾ, ਇੰਨਾ ਤਾਂ ਵਿਆਜ ਕੋਈ ਨਹੀਂ ਲਾਂਦਾ ਜਿੰਨਾ ਤੂੰ ਰੱਬ ਨੂੰ ਲਾਣਾ ਪਿਆ। 1 ਰੁਪਈਆ ਦੇ ਕੇ 999 ਹੋਰ ਮੰਗਣਾ ਪਿਆ। ਦੇ ਦੇ ਮੰਗੈ ਸਹਿਸਾ ਗੁਣਾ, ਇੱਕ ਗੁਣਾ ਦਿੰਦਾ ਹੈ 1000 ਗੁਣਾ ਮੰਗਦਾ ਹੈ। ਤੇ ਗੁਰੂ ਜੀ ਕਹਿੰਦੇ ਫਿਰ ਅੱਗੇ ਕੀ, ਸ਼ੋਭ ਕਰੇ ਸੰਸਾਰ, ਲੋਕਾਂ ਵਿੱਚ ਮੇਰੀ ਸ਼ੋਭਾ ਹੋਵੇ, ਮੈਂ ਕੁਝ ਦੇ ਕੇ ਚੱਲਿਆ। ਨਹੀਂ ਪਿਆਰਿਓ, ਐਸੇ ਦਾਨ ਨੂੰ, ਇਹੋ ਜਿਹੀ ਸ਼ੋਭਾ ਨੂੰ, ਇਹੋ ਜਿਹੇ ਗੁਮਾਨ ਨੂੰ ਗੁਰੂ ਘਰ ਵਿੱਚ ਬਿਲਕੁਲ ਸਵੀਕਾਰ ਨਹੀਂ ਕੀਤਾ ਗਿਆ। ਮੈਂ ਬੇਨਤੀ ਕਰਾਂ, ਮਹਾਰਾਜ ਨੇ ਕਿਹਾ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਮਨ ਚ ਹੰਕਾਰ ਪੈਦਾ ਹੋ ਗਿਆ। ਨਾਨਕ ਨੇਫਲ ਜਾਤ ਤੇ ਜੂੰ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਇਸ਼ਨਾਨ, ਉਹਨੇ ਆਪਣੇ ਪਿੰਡੇ ਤੇ ਮਿੱਟੀ ਸਾਲੀ। ਹੁਣ ਆਓ ਦੂਜਾ ਪੱਖ, ਗੁਰਮਤਿ ਅਨੁਸਾਰ ਜਿਹੜੀ ਤੀਰਥ ਦੀ ਵਿਆਖਿਆ ਹੈ, ਤੇ ਮੇਰਾ ਖਿਆਲ ਉਹਦੇ ਵਿੱਚ ਵੀ ਸਾਨੂੰ ਇਹ ਲਾਗੂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਜਿੰਨੇ ਅਧਿਆਤਮਕਵਾਦੀ ਗੁਰਮੁਖ ਨੇ ਉਹ ਇੱਕ ਗੱਲ ਤੇ ਜ਼ੋਰ ਦਿੰਦੇ ਆ ਕਿ ਪਰਮਾਤਮਾ ਦੇ ਨਾਮ ਤੋਂ ਵੱਡਾ ਤੀਰਥ ਹੀ ਕੋਈ ਨਹੀਂ। ਮੈਂ ਬੇਨਤੀ ਕਰਾਂ ਜਿੰਨਾ ਕੋ ਬਾਣੀ ਚੋਂ ਸਮਝ ਪਈ, ਸਭ ਤੋਂ ਪਹਿਲੀ ਗੱਲ ਨਾਮ ਤੀਰਥ ਹੈ। ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਮਰੱਥ ਗੁਰੂ ਤੀਰਥ ਹੈ ਜਿਹੜਾ ਨਾਮ ਦਾ ਦਾਤਾ ਹੈ। ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਉਹ ਸਾਧੂ, ਉਹ ਗੁਰਮੁਖ, ਉਹ ਸੰਤ ਖੁਦ ਤੀਰਥ ਹੈ ਜਿਹੜੇ ਗੁਰੂ ਦੇ ਨਾਮ ਨੂੰ ਜਪਾਉਂਦਾ ਹੈ। ਤਿੰਨੇ ਬਚਨ ਨੇ ਮਹਾਰਾਜ ਨੇ, ਪਰਮਾਤਮਾ, ਗੁਰੂ ਤੇ ਇਬਾਦਤ ਵਾਲਾ, ਜਿਹਨੂੰ ਸੰਗਤ ਕਹਿ ਲਈਏ। ਹਜ਼ੂਰ ਦਾ ਅਸੀਂ ਬਚਨ ਪੜ੍ਹਨੇ ਆ, ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਸਾਰਿਆਂ ਨੂੰ ਇਹ ਬਚਨ ਚੇਤੇ। ਕਹਿੰਦੇ ਮੈਂ ਤੀਰ, ਹੁਣ ਮੈਂ ਦੂਜਾ ਪੱਖ ਬੇਨਤੀ ਕਰਨ ਲੱਗਾ ਅੰਤਰ ਨੂੰ ਤੋਲ ਲਈ। ਜੇ ਤੂੰ ਬਾਹਰ ਮੁਖੀ ਧਾਰਮਿਕ ਸਥਾਨ ਤੇ ਇਤਿਹਾਸਕ ਥਾਂ ਤੇ ਜਾ ਰਿਹਾ ਹੈ, ਪਿਆਰਿਓ ਉਸ ਅਸਥਾਨ ਤੇ ਜਾਂਦਿਆਂ ਵੀ ਇਸ ਤੁਕ ਨੂੰ ਚੇਤੇ ਰੱਖੀ ਕਿ ਜਿਸ ਗੁਰੂ ਦੀ ਅਸਥਾਨ ਤੇ ਮੱਥਾ ਟੇਕਣ ਜਾ ਰਹੇ ਹੈ, ਉਸ ਅਸਥਾਨ ਤੇ ਰੱਜ ਕੇ ਗੁਰੂ ਦਾ ਨਾਮ ਜਪਣਾ ਹੈ। ਤੀਰਥ ਨਾਵਣ ਜਾਹੂੰ, ਤੀਰਥ ਨਾਮ ਹੈ, ਅੰਤਰ ਸ਼ਬਦ ਵਿਚਾਰ ਤੀਰਥ ਗਿਆਨ ਹੈ। ਮਹਾਰਾਜ ਕਹਿੰਦੇ ਨੇ ਇਹ ਹੈ ਤੀਰਥ, ਪਰਮਾਤਮਾ ਦਾ ਨਾਮ ਤੀਰਥ। ਗੁਰੂ ਜੀ ਨੇ ਸ਼ਬਦ ਵਰਤਿਆ ਕਿ ਤੀਰਥ ਜਿਸ ਥਾਂ ਤੇ ਅੰਦਰ ਤੇਰਾ ਪਵਿੱਤਰ ਹੋ ਜਾਏ। ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਦੂਸਰਾ ਬਚਨ ਹੈ ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਦੇ ਸਮਾਨ ਕੋਈ ਤੀਰਥ ਨਹੀਂ। ਉਂਝ ਸਿੱਖ ਵਾਸਤੇ ਪਿਆਰਿਓ ਇਹ ਬੜਾ ਵਿਸ਼ਾ ਹੈ ਕਿ ਜਿਹੜੇ ਇਤਿਹਾਸਕ ਥਾਂ ਨੇ, ਇਹ ਗੱਲ ਵੱਖਰੀ। ਹੁਣ ਜੋ ਮਰਜ਼ੀ ਅਸੀਂ ਕਹੀ ਜਾਈਏ, ਉਂਝ ਮੈਂ ਆਪ ਨੂੰ ਬੇਨਤੀ ਕਰਾਂ, ਹੁਣ ਤਾਂ ਸਾਡੇ ਕੋਲ ਬਚਿਆ ਕੁਛ ਨਹੀਂ। ਜਿਸ ਅਸਥਾਨ ਤੇ ਕੋਈ
ਕਮਾਈ ਵਾਲਾ ਗੁਰੂ ਸਾਹਿਬਾਨ ਜੀ ਜੇ ਕਿਤੇ ਉਹਨਾਂ ਜਗ੍ਹਾ ਨੂੰ, ਉਹਨਾਂ ਥਾਵਾਂ ਨੂੰ ਬਿਲਕੁਲ ਨਾ ਛੇੜਿਆ ਜਾਂਦਾ, ਬਿਲਕੁਲ ਨਾ ਛੇੜਿਆ ਜਾਂਦਾ, ਉਸੇ ਤਰ੍ਹਾਂ ਰਹਿਣ ਦਿੱਤਾ ਜਾਂਦਾ ਜਿਵੇਂ ਗੜੀ ਸੀ ਕੱਚੀ ਰਹਿੰਦੀ। ਮੈਂ ਬੇਨਤੀ ਕਰਾਂ ਕਿ ਜਿੰਨੀਆਂ ਥਾਵਾਂ ਸਨ ਜਿਵੇਂ ਸਨ ਉਸੇ ਤਰ੍ਹਾਂ ਹੀ ਉਹਨਾਂ ਨੂੰ ਆਪਾਂ ਬਚਾ ਲੈਂਦੇ। ਉਹ ਇਕੱਲੀ ਇਹ ਨਹੀਂ ਲੇਖਣ ਵਾਸਤੇ ਵੀ ਇਹ ਪੁਰਾਤਨ ਚੀਜ਼ ਹੈ, ਨਹੀਂ ਪਿਆਰਿਓ, ਜਿਸ ਥਾਂ ਤੇ ਗੁਰੂ ਬੈਠ ਜਾਏਗਾ ਜਿੰਨੀ ਦੇਰ ਤੱਕ ਉੱਥੇ ਮਿੱਟੀ ਦੇ ਜ਼ਰਰੇ ਰਹਿਣਗੇ, ਕਿਤੇ ਨੇਤਰ ਬੰਦ ਕਰਕੇ ਗੁਰੂ ਗੁਰੂ ਜਪ ਕੇ ਦੇਖਿਓ, ਉੱਥੇ ਗੁਰੂ ਦੀ ਬਖਸ਼ ਜਿਹੜੀ ਹੈ ਸਾਡੇ ਅੰਦਰ ਨੂੰ ਟਿਕਾ ਕੇ ਰੱਖ ਦੇਗੀ। ਮਾਛੀਵਾੜੇ ਦੇ ਜੰਡ ਥੱਲੇ ਕਿਤੇ ਬੈਠ ਕੇ ਦੇਖੀਏ ਤਾਂ ਸਹੀ, ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਗੁਰੂ ਵੱਲ ਮੁੱਖ ਕਰਕੇ ਦੇਖੀਏ ਤਾਂ ਸਹੀ। ਮੈਂ ਅਰਜ਼ ਕੀਤੀ ਕਿ ਇਹ ਸਾਰੀਆਂ ਚੀਜ਼ਾਂ ਉੱਥੇ ਵਰਦੀਆਂ ਨੇ, ਪਰ ਜਦੋਂ ਉਸ ਸਥਾਨ 'ਤੇ ਵੀ ਜਾਈਏ ਤੇ ਉਦੋਂ ਵੀ ਸਾਡੇ ਅੰਦਰ ਸ਼ਬਦ ਦੀ ਮਹਾਨਤਾ ਚਾਹੀਦੀ ਹੈ। ਗੁਰ ਸਮਾਨ ਤੀਰਥ ਨਹੀਂ ਕੋਏ। ਮਹਾਰਾਜ ਕਹਿੰਦੇ ਇਹ ਤੋਂ ਵੱਡਾ ਤੀਰਥ ਕਿਹੜਾ? ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਕਰੈ, ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇਤੋਂ ਦੇਵ ਕਰੇ। ਸਤਿਗੁਰੂ ਐਸੇ ਸਮਰੱਥ ਨੇ ਕਿ ਉਹ ਅੰਦਰ ਦੀ ਮੈਲ ਧੋਂਦੇ ਆ। ਇਸੇ ਕਰਕੇ ਗੁਰੂ ਤੀਰਥ ਦੀ ਗੱਲ ਕਰਦਿਆਂ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਕਹਿਣ ਲੱਗੇ ਗੁਰ ਤੀਰਥ ਦਰਿਆਓ ਹੈ, ਗੁਰੂ ਵਰਗਾ ਕੋਈ ਤੀਰਥ ਨਹੀਂ। ਗੁਰੂ ਪਸ਼ੂ ਪ੍ਰੇਤ ਨੂੰ ਵੀ ਪ੍ਰਵੀਨ ਕਰ ਦਿੰਦਾ ਹੈ, ਉਹ ਜੀਵਨ ਮੁਕਤ ਕਰ ਦਿੰਦਾ ਇਨਸਾਨ। ਹਜ਼ੂਰ ਨੇ ਕਿਹਾ ਭਾਈ ਇੱਕ ਪਰਮਾਤਮਾ ਦਾ ਨਾਮ ਤੀਰਥ, ਦੂਸਰੀ ਮੈਂ ਬੇਨਤੀ ਕੀਤੀ ਗੁਰੂ ਤੀਰਥ, ਇਹਦੇ ਵਿੱਚ ਬਾਣੀ ਵੀ ਤੀਰਥ ਹੈ। ਮਹਾਰਾਜ ਨੇ ਬਾਣੀ 'ਚ ਕਿਹਾ, ਹਜ਼ੂਰ ਦਾ ਇੱਕ ਬਚਨ ਆਉਂਦਾ ਜਿਹੜਾ ਰੋਜ਼ ਅਸੀਂ ਪੜ੍ਹਨੇ ਆ, ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ, ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ, ਗੁਰ ਨਵਨੀ ਦਰਿਆਓ, ਜਨਮ ਹਮ ਕਾਲਖ ਧੋਵੈ। ਗੁਰੂ ਤੀਰਥ, ਨਾਮ ਤੀਰਥ, ਨਾਮ ਦਾ ਦਾਤਾ ਗੁਰੂ ਤੀਰਥ। ਤੀਸਰੀ ਬੇਨਤੀ ਕਰਾਂ, 68 ਤੀਰਥ ਜੈ ਸਾਧ ਪਗ ਧਰੈ। ਪਿਆਰਿਓ, ਜਿੱਥੇ ਕਮਾਈ ਵਾਲਾ ਆਪਣੇ ਪੈਰ ਟਿਕਾਦਾ ਉਹ ਥਾਂ ਵੀ ਤੀਰਥ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਤੈ ਬੈਕੁੰਠ ਜੈ ਨਾਮ ਉਚਰੈ, ਜਿਸ ਜਗ੍ਹਾ ਤੇ ਪਰਮਾਤਮਾ ਦਾ ਸਿਮਰਨ ਹੁੰਦਾ ਹੈ ਉਦੋਂ ਵੱਡਾ ਬੈਕੁੰਠ ਕੀ ਹੈ। ਇਸ ਕਰਕੇ ਮੈਂ 3 ਬੇਨਤੀਆਂ ਕੀਤੀਆਂ, ਨਾਮ ਤੀਰਥ, ਗੁਰੂ ਤੀਰਥ ਤੇ ਗੁਰੂ ਦੇ ਸ਼ਬਦ ਨੂੰ ਕਮਾਉਣ ਵਾਲਾ ਸਾਧੂ, ਗੁਰਮੁਖ, ਗੁਰਸਿੱਖ। ਇਸੇ ਕਰਕੇ ਕਬੀਰ ਜੀ ਨੇ ਕਿਹਾ ਸੀ, ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਬੜਾ ਕੇ ਹਰ ਕਾ ਦਾਸ। ਜੇ ਬਾਹਰਮੁਖੀ ਤੀਰਥ ਦੀ ਗੱਲ ਕਰੇ, ਕਹਿੰਦੇ ਪ੍ਰਮਾਤਮਾ ਝਗੜਾ ਏਕ ਨਬੇਰੋ ਰਾਮ, ਮੇਰੇ ਮਨ ਦੀ ਇਹ ਦੁਬਦਾ ਦੂਰ ਕਰ, ਮੈਂ ਉਦਾਸ ਹੋ ਗਿਆ। ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਬੜਾ ਕੇ ਹਰ ਕਾ ਦਾਸ। ਇਹਦੇ ਵਿੱਚ ਹੀ ਉੱਤਰ ਮਿਲ ਜਾਂਦਾ, ਨਹੀਂ ਉੱਤਰ ਮਿਲੇਗਾ ਬੜਾ ਹਰ ਕਾ ਦਾਸ। ਜਿਹੜਾ ਪਰਮਾਤਮਾ ਦੀ ਇਬਾਦਤ ਕਰਦਾ ਹੈ ਉਹ ਸੱਚੀ ਮੁੱਚੀ ਬੜਾ ਵੱਡਾ ਹੈ। ਬੇਨਤੀ ਕਰਾਂ, ਇੱਕ ਤੀਰਥ। ਦੂਜੀ ਗੱਲ, ਸ਼ਬਦ ਆਇਆ ਵਰਤ। ਗੁਰਮਤ ਵਿੱਚ ਹਾਂ ਅਸੀਂ ਆਪਣਾ ਗੁਰਮਤ ਦਾ ਪੱਖ ਰੱਖ ਰਹੇ ਹਾਂ, ਕਿਸੇ ਦੂਜੇ ਨੂੰ ਐਵੇਂ ਮਾੜਾ ਕਹੀ ਜਾਣਾ ਵੀ ਤੁਸੀਂ ਆ ਗਰਕ ਗਏ ਹੋ, ਫਲਾਣੇ ਕਮਿਊਨਿਟੀ ਵਾਲੇ ਆਹ ਨੇ। ਮੈਂ ਇੱਕੋ ਬੇਨਤੀ ਕਰਾਂਗਾ, ਜਿਹੜਾ ਸਮਾਂ ਆ ਜਾ ਚੁੱਕਾ ਹੈ, ਤੁਸੀਂ ਆਪਣੇ ਗੁਰੂ ਦੀਆਂ ਇੰਨੀਆਂ ਕੁ ਸਿਫਤਾਂ ਕਰੋ, ਝੂਠ ਮਾਤਰ ਲਾਈਏ, ਜੋ ਦੋਵੇਂ ਪੱਖ ਰੱਖ ਦਿਓ ਵੀ ਗੁਰੂ ਆਹ ਕਹਿੰਦਾ ਤੂੰ ਆਹ ਕਰ ਰਿਹਾ ਹੈ, ਆਹ ਕਰੇਗਾ ਤੇ ਰਿਜ਼ਲਟ ਆਈ, ਤੇ ਜੇ ਇਹ ਕਰੇਗਾ ਰਿਜ਼ਲਟ ਆਈ, ਚੋਣ ਤੂੰ ਕਰ ਲੈ। ਦੋਨਾਂ 'ਚ ਕੀ ਕਰਨਾ ਤੂੰ? ਹੁਣ ਜਿਹੜਾ ਗੁਰੂ ਘਰ 'ਚ ਵਰਤ ਹੈ, ਮਹਾਰਾਜ ਕਹਿੰਦੇ ਨੇ ਵਰਤ ਅਰਥ ਪ੍ਰਤਿਗਿਆ। ਪ੍ਰੇਮ ਸਮਾਰਕ ਗ੍ਰੰਥ ਵਿੱਚ ਮਹਾਰਾਜ ਜੀ ਦਾ ਇੱਕ ਬਚਨ ਹੈ, ਚਲੋ ਰਹਿਤਨਾਮਿਆਂ 'ਚ ਵੀ ਹੈ, ਕਹਿੰਦੇ ਨੇ ਪ੍ਰਤਿਗਿਆ ਕਰ, ਤੂੰ ਵਰਤ ਰੱਖ। ਕਾਹਦਾ ਪਰਨ ਰਾ ਕਰ? ਤੂੰ ਆਪਣੀਆਂ ਅੱਖਾਂ ਦਾ ਵਰਤ ਰੱਖ, ਪਰਾਏ ਰੂਪ ਨੂੰ ਮਲੀਨਤਾ ਦੇ ਫੁਰਨਿਆਂ ਨਾਲ ਨਹੀਂ ਦੇਖਣਾ। ਹੁਣ ਬੰਦੇ ਜੋ ਤੀਰਥ ਤੇ ਜਾਂਦੇ ਆ ਕੀ ਕਰਦੇ? ਮਹਾਰਾਜ ਕਹਿੰਦੇ ਆ ਚੰਮ ਦ੍ਰਿਸ਼ਟੀ ਨਾਲ ਮਤ ਦੇਖ, ਤੂੰ ਬ੍ਰਹਮ ਦ੍ਰਿਸ਼ਟੀ ਨਾਲ ਦੇਖਣ ਦਾ ਯਤਨ ਕਰ। ਪਰ ਗੱਲ ਕਰਨੀ ਬੜੀ ਸੌਖੀ ਹੈ, ਸਟੇਜ ਤੇ ਮੈਂ ਇੱਥੇ ਬੋਲ ਰਿਹਾ। ਮਹਾਰਾਜ ਕਹਿੰਦੇ ਵਰਤ ਰੱਖਣਾ ਤੇ ਆਪਣੀਆਂ ਅੱਖਾਂ ਦਾ ਜੋ ਵਰਤ ਰੱਖ, ਪਰਾਏ ਤਨ ਤੇ ਪਾਏ ਪਰਾਏ ਧਨ ਬਾਰੇ। ਜੇ ਵਰਤ ਰੱਖਣਾ ਹੈ, ਤੂੰ ਰੋਟੀ ਛੱਡ ਬੈਠਾ। ਉਂਝ ਗੁਰੂ ਸਾਹਿਬ ਨੇ ਇਹਨੂੰ ਨਹੀਂ ਸਵੀਕਾਰ ਕੀਤਾ। ਗੁਰੂ ਤਾਂ ਕਹਿੰਦਾ ਸਿੱਖ ਜਿਹੜਾ ਹੈ ਇਹ
ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਉਹ ਪੇਟੂ ਨਹੀਂ। ਹਜ਼ੂਰ ਨੇ ਕਿਹਾ ਜੇ ਵਰਤ ਰੱਖਣਾ ਤੇ ਕੰਨਾਂ ਦਾ ਰੱਖ। ਇਹ ਤਾਂ ਕਹਿ ਦਿੱਤਾ ਅੱਜ ਮੈਂ ਰੋਟੀ ਨਹੀਂ ਖਾਣੀ, ਤੇ ਮਹਾਰਾਜ ਕਹਿੰਦੇ ਜੇ ਵਰਤ ਰੱਖਣਾ ਤੇ ਇਹ ਗੱਲ ਚੇਤੇ ਰੱਖ, ਮੈਂ ਅੱਜ 24 ਘੰਟੇ ਆਪਣੇ ਕੰਨਾਂ 'ਚ ਕੋਈ ਨਿੰਦਿਆ ਚੁਗਲੀ ਮਾੜੀ ਗੱਲ ਨਹੀਂ ਪੈਣ ਦੇਣੀ। ਜੇ ਵਰਤ ਰੱਖਣਾ ਤੇ ਆਪਣੀ ਜੀਭ ਦਾ ਰੱਖ ਕਿ ਇਹ ਕਿਸੇ ਦੀ ਨਿੰਦਿਆ ਨਾ ਕਰੇ। ਜੇ ਵਰਤ ਰੱਖਣਾ ਤੇ ਹੱਥਾਂ ਦਾ ਰੱਖ, ਇਹ ਪਰਾਇਆ ਹੱਕ ਨਾ ਖੋਣ। ਜੇ ਵਰਤ ਰੱਖਣਾ ਤੇ ਪੈਰਾਂ ਦਾ ਰੱਖ, ਇਹ ਬੁਰੇ ਰਸਤੇ ਤੇ ਨਾ ਤਰਨ, ਇਹ ਪਰਨ ਨਹੀਂ। ਜੇ ਕਰਨਾ ਹੀ ਹੈ ਵਰਤ ਤੇ ਮਹਾਰਾਜ ਕਹਿੰਦੇ ਮਹੀਨੇ 'ਚ ਰੱਖ ਕੇ ਦੇਖਾ ਇੱਕ ਵਾਰੀ, ਤੇਰਾ ਅੰਦਰ ਕਿੰਨਾ ਕੁ ਟਿਕੇਗਾ। ਇਸੇ ਨੂੰ ਗੁਰੂ ਨੇ ਬਾਣੀ ਜਦੋਂ ਵਿਆਖਿਆ ਕੀਤੀ, ਗੱਲਾਂ ਸਾਰੀਆਂ ਹੀ ਕੀਤੀਆਂ। ਜੇ ਹੁਣ ਸੂਤਕ ਦੀ ਗੱਲ ਹੈ, ਅਸੀਂ ਕਹਿੰਦੇ ਮਹਾਰਾਜ ਸੂਤਕ ਨਹੀਂ ਮੰਨਦੇ, ਬਿਲਕੁਲ ਨਹੀਂ ਮੰਨਦੇ ਜੀ। ਸੂਤਕ ਨਹੀਂ ਮੰਨਦੇ, ਪਰ ਮੰਨਦੇ ਵੀ ਨੇ। ਜੇ ਕਿਸੇ ਦੇ ਘਰ ਬੱਚਾ ਪੈਦਾ ਹੋਇਆ, ਉਹ ਸੂਤਕ ਨੂੰ ਨਹੀਂ ਮੰਨਦੇ, ਪਰ ਜਿਹੜਾ ਅੰਦਰ ਸੂਤਕ ਪੈ ਗਿਆ ਉਹਨੂੰ ਵੀ ਮੰਨਦੇ ਆ। ਮਹਾਰਾਜ ਕਹਿੰਦੇ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰਤਰ ਰੂਪ, ਕੰਨੀ ਸੂਤਕ ਕੰਨ ਪਾਏ ਲਾਇਤ ਬਾਰੀ ਖਾਏ। ਇਹ ਸਾਰਾ ਸੂਤਕ ਨਹੀਂ, ਬਾਹਰ ਦਾ ਸੂਤਕ ਨਹੀਂ ਮੰਨਿਆ, ਅੰਦਰ ਦਾ ਸੂਤਕ ਹੈ। ਮੈਂ ਬੇਨਤੀ ਕਰਾਂ, ਗੁਰੂ ਕਹਿੰਦਾ ਜੇ ਵਰਤ ਰੱਖਣਾ ਇਸ ਤਰ੍ਹਾਂ ਰੱਖ। ਬਾਕੀ ਵਰਤ ਨੂੰ ਮਹਾਰਾਜ ਕਹਿੰਦੇ ਨੇ ਠੀਕ ਹੈ ਵੀ ਤੂੰ ਆਪਣੇ ਮਨ ਨੂੰ ਖੁਸ਼ ਕਰ ਰਿਹਾ, ਕਰ ਲੈ। ਹੁਣ ਇਹ ਕਹਾਂਗੇ ਜੀ ਇਸ ਕਰਕੇ ਵਰਤ ਰੱਖਿਆ ਜਾਂਦਾ, ਉਪਵਾਸ। ਮੈਂ ਕਿਸੇ ਧਰਮ ਦੀ ਗੱਲ ਨਹੀਂ, ਜੋ ਗੁਰੂ ਸਾਨੂੰ ਕਹਿੰਦੇ ਪਏ ਨੇ, ਸਿੱਖੀ ਦੀ ਗੱਲ ਕਰ ਰਹੇ ਹਾਂ। ਅਗਲੀ ਗੱਲ ਹੈ ਦਾਨ, ਹੱਥੋਂ ਦੇ ਕੇ ਭਲਾ ਮਨਾਣਾ। ਗੁਰਮਤਿ ਨੇ ਬੜੀ ਬਖਸ਼ਿਸ਼ ਕੀਤੀ, ਕਹਿੰਦੇ ਨੇ ਦਾਨ ਕਰ ਪਰ ਜਤਾ ਨਾ। ਇੱਥੋਂ ਤੱਕ ਕਿ ਜੇ ਕਿਸੇ ਦਾ ਭਲਾ ਕੀਤਾ ਹੈ, ਉਂਝ ਮੈਂ ਬੇਨਤੀ ਕਰਨਾ ਹੁੰਦਾ, ਕਿਸੇ ਨੂੰ ਕੁਝ ਮਦਦ ਕਰਕੇ ਠੀਕ ਉਹ ਕਿਤੇ ਮਿਲੇ ਚੰਗੀ ਗੱਲ ਹੈ, ਪਰ ਦੂਰੀ ਬਣਾਈ ਜਾਏ ਤੇ ਚੰਗੀ ਏ। ਉਹਦਾ ਇੱਕ ਕਾਰਨ, ਕਿਉਂਕਿ ਜਦੋਂ ਬੰਦਾ ਸਾਹਮਣੇ ਆਵੇਗਾ, ਅੰਦਰ ਵਾਲਾ ਮਨਵਾ ਸੱਪ ਦੀ ਤਰ੍ਹਾਂ ਡੰਗ ਮਾਰੇਗਾ, ਇਸ ਬੰਦੇ ਦੀ ਮੈਂ ਫਲਾਣੇ ਵੇਲੇ ਮਦਦ ਕੀਤੀ। ਮਹਾਰਾਜ ਕਹਿੰਦੇ ਆ ਨਹੀਂ, ਤੂੰ ਦਾਨ ਕਰ ਸਿੱਖੀ 'ਚ। ਫਿਰ ਅਰਜ਼ ਕਰਾ ਤੀਰਥ ਵਰਤ, ਅਗਲੀ ਗੱਲ ਦਾਨ। ਪਿਆਰਿਓ, ਦਾਨ ਕਰਕੇ ਪੁੰਨ ਕਰਕੇ ਆ ਕੇ ਗੁਰੂ ਦੇ ਚਰਨਾਂ 'ਚ ਇੱਕ ਜਪਜੀ ਸਾਹਿਬ ਦਾ ਪਾਠ ਹੋਰ ਕਰ ਲੈ ਕਿ ਦਾਤਾ ਤੇਰਾ ਸ਼ੁਕਰ, ਤੂੰ ਦਿੱਤਾ, ਤੇਰੇ ਦਿੱਤੇ ਵਿੱਚੋਂ ਮੈਨੂੰ ਸੇਵਾ ਕਰਨ ਦੀ ਬਿਰਤੀ ਦੇ ਦਿੱਤੀ, ਤੇ ਤੇਰਾ ਕੋਟਾਨ ਕੋਟ ਸ਼ੁਕਰ ਹੈ। ਇਸ ਨੂੰ ਗੁਰੂ ਨੇ ਕਿਹਾ ਜੇ ਪ੍ਰਸਾਦ ਕਰੈ ਪੁੰਨ ਬੋਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਉਂਝ ਸਭ ਤੋਂ ਵੱਡਾ ਦਾਨ ਕੀ ਹੈ? ਇਹ ਸਾਰੇ ਨਹੀਂ ਕਰ ਸਕਦੇ, ਮੈਂ ਨਹੀਂ ਕਰ ਸਕਾਂਗਾ, ਪਰ ਇਹ ਵੀ ਬੀਜ ਨਾਸ ਨਹੀਂ ਕਿ ਬਿਲਕੁਲ ਨਹੀਂ, ਸਾਰੇ ਬਹੁ ਗਿਣਤੀ 'ਚ ਨਹੀਂ ਕਰ ਸਕਦੇ, ਕੋਈ ਟਾਵਾਂ ਟਾਵਾਂ। ਉਹ ਦਾਨ ਹੈ ਕਿ ਕਿਸੇ ਨੂੰ ਨਾਮ ਦੇ ਨਾਲ ਜੋੜ ਦੇਣਾ। ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਜਿਹੜਾ ਅਸੀਂ ਆ ਪਾਠ ਕਰ ਰਹੇ ਹਾਂ ਨਾ, ਕਿ ਮਾਗ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ। ਅਗਲਾ ਬਚਨ ਹੈ ਸਭਨਾਂ ਨੂੰ ਕਰ ਦਾਨ। ਪਹਿਲਾਂ ਦੋ ਅਵਸਥਾ 'ਚੋਂ ਨਿਕਲਿਆ ਤੇ ਦਾਨ ਹੋਵੇਗਾ ਨਾ। ਇੱਕ ਬੰਦਾ ਇੱਕ ਮਹੀਨਾ ਜੌਬ ਕਰਦਾ ਹੈ ਜਾਂ ਨੌਕਰੀ ਕਰ ਰਿਹਾ, 1 ਮਹੀਨੇ ਬਾਅਦ ਤਨਖਾਹ ਮਿਲੇਗੀ ਤੇ ਕੋਈ ਦੇਵੇਗਾ। ਜੇ ਨੌਕਰੀ ਕੀਤੀ ਕੋਈ ਨਹੀਂ, ਕੀ ਕਰੇਗਾ? 6 ਮਹੀਨੇ 4 ਮਹੀਨੇ ਖੇਤਾਂ 'ਚੋਂ ਫਸਲ ਨਿਕਲੇਗੀ ਤੇ ਕਿਸੇ ਦੀ ਝੋਲੀ 'ਚ ਦਾਣੇ ਪਾਏਗਾ। ਪਹਿਲਾਂ ਗੁਰੂ ਨੇ ਕਿਹਾ ਨਾਮ ਦਾ ਦਾਨ ਗੱਲਾਂ ਨਾਲ ਨਹੀਂ ਹੁੰਦਾ, ਜਿਵੇਂ ਅੱਜ ਕੱਲ੍ਹ ਪਖੰਡੀ ਕਰਦੇ ਨੇ, ਇਸ ਦਿਨ ਅੱਜ ਨਾਮ ਦਾਨ ਦਿੱਤਾ ਜਾਏਗਾ। ਗੁਰੂ ਕਹਿੰਦਾ ਪਹਿਲਾਂ ਆਪਣੇ ਕੋਲ ਇਕੱਠਾ ਕਰੇਗਾ ਦੇਏਗਾ, ਜੇ ਆਪਣੇ ਕੋਲ ਹੀ ਕਿੱਥੋਂ ਦੇਏਗਾ? ਪਹਿਲਾਂ ਕੰਮ ਕੀ ਕਰ? ਹਰ ਕਾ ਨਾਮ ਧਿਆਏ ਸੁਣ। ਆਪ ਬੀਜ ਆਪ ਨਾਮ ਸੁਣ, ਤੇ ਫਿਰ ਇਸ ਨਾਮ ਵਿੱਚੋਂ ਸਭਨਾਂ ਨੂੰ ਕਰ ਦਾਨ। ਪਹਿਲਾ ਕਮਾ। ਇਸ ਨੂੰ ਕਿਹਾ ਜਨ ਨਾਨਕ ਧੂੜ ਮੰਗੈ ਤਿਸ ਗੁਰ ਸੇਕੀ, ਜੋ ਆਪ ਜਪੈ। ਫਿਰ ਪਹਿਲਾਂ ਬੀਜ ਆਪ ਜਪੈ, ਫਿਰ ਬਾਅਦ ਵਿੱਚ ਕਿਹਾ ਦੂਜੇ ਜਪਾਵੇਗਾ। ਤੇ ਜੇ ਦੂਜੇ ਨੂੰ ਜਪਾਈ ਜਾਏ, ਆਪ ਜਪੇ ਨਾ ਪਿਆਰਿਓ, ਦੂਜੇ ਨੂੰ ਜਪਾਉਣ ਨਾਲ ਕੋਈ ਅਸਰ ਨਹੀਂ ਹੋਣਾ। ਮੇਰੇ ਘਰ ਤਾਂ ਦਾਣੇ ਕੋਈ ਨਹੀਂ, ਲੋਕਾਂ ਨੂੰ ਮੈਂ ਖਾਲੀ ਬੁੱਕਾਂ ਸੱਟੀ ਜਾ। ਸਿੱਧੀ ਗੱਲ, ਬੈਂਕ ਦੇ ਅਕਾਊਂਟ ਖਾਲੀ ਪਏ ਨੇ ਤੇ ਚੈੱਕ ਕੱਟ ਦੇਈ ਜਾਣਾ, ਲੈ 10,000 ਤੈਨੂੰ ਦਿੱਤਾ, ਲੱਖ ਤੈਨੂੰ ਦਿੱਤਾ, 50,000 ਤੈਨੂੰ ਦਿੱਤਾ। ਲੋਕ 2 ਮਿੰਟ ਵਾਸਤੇ ਤਾਂ ਕਹਿਣਗੇ ਬੱਲੇ ਬੱਲੇ ਏਡਾ ਵੱਡਾ ਦਾਨੀ, ਤੇ ਜਿੱਦਣ ਚੈੱਕ ਲਾਇਆ ਅਗਲੇ ਕਹਿਣਗੇ ਪਕੜ ਕੇ ਲਿਆਓ ਇਹਨੂੰ,
ਇਹਦਾ ਤੇ ਕੁਝ ਵੀ ਨਹੀਂ, ਅੰਦਰ ਵਾਲਾ ਅਕਾਊਂਟ ਖਾਲੀ ਹੈ, ਪੱਲੇ ਕਮਾਈ ਕੋਈ ਨਹੀਂ। ਤੇ ਚੈੱਕ ਕੱਟ ਕੇ ਸਾਰੇ ਮੇਰੇ ਵਰਗੇ ਰੋਜ਼ ਦੇਈ ਜਾਂਦੇ ਆ, ਲਾਹ ਤੈਨੂੰ ਦਿੱਤਾ। ਤੇ ਚੈੱਕ ਕੱਟਣ ਵਾਲੇ ਬੜਿਆ, ਤੇ ਰੱਬ ਨੇ ਪੁੱਛਣਾ, ਹੋਏ ਤੂੰ ਮੇਰੇ ਨਾਮ ਦੇ ਚੈੱਕ ਕੱਟਦਾ ਰਿਹਾ, ਤੇਰੇ ਪੱਲੇ ਕੀ ਸੀ? ਇੱਥੇ ਗੁਰੂ ਕਹਿੰਦਾ ਨਹੀਂ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਪਹਿਲਾਂ ਇਕੱਠਾ ਕਰੇ ਅਵਰੈ ਨਾਮ ਜਪਾਵੇ। ਐਸੇ ਮੈਂ ਗੁਰਸਿੱਖ ਦਾ ਜ਼ਿਕਰ ਕਰਨਾ ਚਾਹੁੰਦਾ ਅੱਜ, ਜਿਸ ਦੀ ਸੇਵਾ ਨੂੰ ਦੇਖ ਕੇ ਅੱਜ ਮੈਂ ਤਸਦੀਕ ਵੀ ਕੀਤਾ ਚਮਕੌਰ ਸਾਹਿਬ ਫੋਨ ਕਰਕੇ ਗੁਰਮੁਖਾਂ ਨੂੰ, ਜਿੱਥੋਂ ਕਿਤਾਬ ਛਪੀ ਸੀ ਉਹਨਾਂ ਤੋਂ ਵੀ। 1930 ਦੇ ਵਿੱਚ ਇਹ ਕਿਤਾਬ ਛਪੀ ਹੈ, ਤਕਰੀਬਨ 90 ਕੁ ਸਾਲ ਪਹਿਲਾਂ ਸ਼ਬਦ ਵਰਤਾ। ਫੁਲਵਾੜੀ ਮੈਗਜ਼ੀਨ ਨਿਕਲਦਾ ਸੀ ਹੀਰਾ ਸਿੰਘ ਦਰਦ ਹੋਣਾ ਦਾ, ਤੇ ਉਹਨਾਂ ਨੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਕਹਿ ਕੇ, ਜੋ ਮੈਨੂੰ ਮਿਲੀ ਇਤਲਾਹ ਪੂਰੀ, ਕਿ ਇੱਕ ਕਹਿ ਲਾਂ ਵੀ ਉਹ ਮੈਗਜ਼ੀਨ ਫੁਲਵਾੜੀ ਸੀ, ਯਾਦ ਰੱਖਿਓ ਉਸ ਵੇਲੇ ਦੀ ਗੱਲ ਕਰ ਰਿਹਾ, ਉਸ ਵਿੱਚ ਉਹਨੂੰ ਐਡਿਟ ਕੀਤਾ ਕਰਮ ਸਿੰਘ ਹਿਸਟੋਰੀਅਨ ਨੇ। ਉਹ ਕਿਤਾਬ ਦੇ ਰੂਪ ਵਿੱਚ ਮਿਲਦਾ ਹੈ, ਬਹੁਮੁੱਲੇ ਇਤਿਹਾਸਕ ਲੇਖ। ਉਸ ਕਿਤਾਬ ਦੇ ਵਿੱਚ ਇੱਕ ਲੇਖ ਹੈ ਖਾਸ ਕਰਕੇ ਚਮਕੌਰ ਸਾਹਿਬ ਬਾਰੇ। ਜਦੋਂ ਮੈਂ ਉਹਨੂੰ ਪੜ੍ਹਨਾ, ਪਤਾ ਨਹੀਂ ਤੁਸੀਂ ਸੁਣੋਗੇ, ਹਰ ਇੱਕ ਦਾ ਆਪੋ ਆਪਣਾ ਅੰਦਰ ਹੈ, ਕਿਸ ਤਰ੍ਹਾਂ ਕੋਈ ਸੋਚੇਗਾ। ਆਪ ਸਭ ਨੂੰ ਪਤਾ ਹੈ ਚਮਕੌਰ ਦੀ ਧਰਤੀ ਤੇ ਚਮਕੌਰ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 8 ਪੋਹ ਨੂੰ 40 ਸਿੱਖਾਂ ਨਾਲ 10 ਲੱਖ ਦਾ ਮੁਕਾਬਲਾ ਕੀਤਾ ਸੀ। ਹਰ ਸਾਲ ਅਸੀਂ ਉੱਥੇ ਜਾਂਦੇ ਹਾਂ, ਪ੍ਰਬੰਧਕ ਵੀਰ ਸੁਣ ਰਹੇ ਹੋਣਗੇ, ਬਹੁਤ ਸਹਿਯੋਗ ਦਿੰਦੇ ਨੇ। ਤੇ ਉਸ ਥਾਂ ਤੇ ਜਿਹੜੀ ਸਤਿਗੁਰੂ ਨੇ ਇਹ ਸ਼ਬਦ ਅੰਮ੍ਰਿਤ ਵੇਲੇ, ਅੰਮ੍ਰਿਤ ਸੰਚਾਰ ਵੇਲੇ ਕਿਹਾ ਸੀ ਕਿ 1.25 लाख से एक लड़ाऊं तब गोबिंद सिंह नाम कहाऊं, ਇਹ ਕੇਵਲ ਪੋਲੀਟੀਕਲ ਨਾਰਾ ਨਹੀਂ ਸੀ, ਇਹ ਇਮੋਸ਼ਨਲ ਕਰ ਲਈ ਨਹੀਂ ਸੀ। ਗੁਰੂ ਗੋਬਿੰਦ ਸਿੰਘ ਨੇ ਸੱਚਮੁੱਚ ਜੋ ਕਿਹਾ, ਚਮਕੌਰ ਦੀ ਗੜੀ ਵਿੱਚ ਇੱਕ ਨੂੰ 1.25 ਲੱਖ ਨੂੰ ਲੜਾ ਦਿੱਤਾ। ਤੇ ਜ਼ਫਰਨਾਮੇ 'ਚ ਹਜ਼ੂਰ ਨੇ ਕਿਹਾ, ਗੁਰਸ਼ਨਾ ਚੇ ਕਾਰੇ ਕੁਨਦ ਚੇਹਲ ਨਰ ਕੇ ਦਾ ਲੱਖ ਬਰਾਇਦ ਬਰੇ ਬਰੋ ਬੇਖਬਰ। ਗੁਰਸ਼ਨਾ ਚੇ ਕਾਰੇ ਕੁਨਦ ਚੇਹਲ ਨਰ ਕੇ ਦਾ ਲੱਖ ਬਰਾਇਦ ਬਰੋ ਬੇਖਬਰ। ਇੱਕ ਪਾਸੇ 40 ਸਿੱਖ, ਉਹ ਇਹਦੇ 'ਚ ਖਾਸ ਕਰਕੇ ਕਿਹਾ ਕਿ ਜਿਨ੍ਹਾਂ ਨੂੰ ਕਈ ਦਿਨਾਂ ਦਾ ਰੋਟੀ ਪਾਣੀ ਨਹੀਂ ਮਿਲਿਆ, ਬਿਲਕੁਲ ਭੁੱਖੇ ਪਾਣੇ ਨੇ, ਇਹਨਾਂ ਰੋਟੀ ਨਹੀਂ ਖਾਧੀ, ਜਿਹੜੇ ਅੱਜ ਲੜਦੇ ਪਏ ਸਨ। ਕਹਿਣ ਲੱਗੇ ਦੂਜੇ ਪਾਸੇ 10 ਲੱਖ ਦਾ ਮੁਲਖਈਆ, 10 ਲੱਖ ਦੇ ਕਰੀਬ ਜੂਝੇ। ਸਮਾਂ ਲੰਘਿਆ, ਇਹਨਾਂ ਪਵਿੱਤਰ ਦੇਹਾਂ ਦੇ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤੇ। ਉਹਨੂੰ ਵੀ ਜਿਉਂਦੀ ਨੂੰ ਚਿਖਾ ਦੇ ਵਿੱਚ ਸੱਟ ਦਿੱਤਾ ਗਿਆ। ਸਮਾਂ ਲੰਘਿਆ, ਬੇਲੇ ਦੇ ਇੱਕ ਸਰਦਾਰ ਹੋਏ ਆ, ਸਰਦਾਰ ਦਿਆਲ ਸਿੰਘ ਜੀ ਰਾਈਸ। ਉਹ ਇਹ ਥਾਂ ਲੱਭਦੇ, ਗੜੀ ਦਾ ਤੇ ਚਲੋ ਪਤਾ ਸੀ, ਇਸ ਰਾਖ ਨੂੰ ਦਬਾ ਦਿੱਤਾ ਗਿਆ ਜਿਸੇ ਗੁਰਦੁਆਰਾ ਕਤਲਗੜ੍ਹ ਸਾਹਿਬ ਆਪਾਂ ਕਹਿੰਦੇ। ਉਹਨਾਂ ਬੇਲੇ ਤੋਂ ਰੋਜ਼ ਆਉਣਾ ਇਸ ਜਗ੍ਹਾ ਨੂੰ ਲੱਭਣ ਵਾਸਤੇ। ਇਹ ਜਗ੍ਹਾ ਅਖੀਰ ਤੇ ਲੱਭ ਲਈ। ਉਹਨਾਂ ਨੇ ਬੌਲੀ ਬਣਾਈ, ਬੌਲੀ ਸਾਹਿਬ ਬਣਵਾਈ, ਨਾਲ ਹੋਰ ਵੀ ਸੇਵਾ ਕੀਤੀ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਉਹਨਾਂ ਦੇ ਅੰਦਰ ਨੂੰ ਤੁਸੀਂ ਦੇਖੋ, ਵਾਹ ਸਿੱਖਾ, ਇਹ ਪੈਸੇ ਦੀ ਕਮੀ ਨਹੀਂ ਉਹਨਾਂ ਕੋਲ। ਜਦੋਂ ਜਗ੍ਹਾ ਲੱਭ ਗਈ ਨਾ ਵੀ ਇੱਥੇ ਸਾਹਿਬਜ਼ਾਦਿਆਂ ਦਾ, ਇੱਥੇ ਸ਼ਹੀਦਾਂ ਦਾ ਸੰਸਕਾਰ ਹੋਇਆ, ਉਹ ਬਿਰਹਾ ਦੇ ਵਿੱਚ ਆ ਕੇ ਬੈਰਾਗ ਵਿੱਚ ਬਹੁਤ ਰੋਏ। ਉਹਨਾਂ ਫਿਰ ਸਮਾਨ ਇਕੱਠਾ ਸ਼ੁਰੂ ਕੀਤਾ, ਲੱਕੜ ਸੀਮਿੰਟ ਜੋ ਵੀ ਚਾਹੀਦਾ ਸੀ ਉਸ ਵਕਤ ਬਿਲਡਿੰਗ ਲਈ। ਤੇ ਉਹ 'ਚ ਲਿਖਿਆ, ਅੱਜ ਵੀ ਚਮਕੌਰ ਸਾਹਿਬ ਦੇ ਵਸਨੀਕ ਦੱਸਦੇ ਆ, ਉਹ ਰੋਜ਼ਾਨਾ ਬੇਲੇ ਤੋਂ ਆਉਂਦੇ ਸਨ ਹਜ਼ੂਰ ਦੇ ਇਸ ਘਰ ਦੀ ਖੱਤੀ ਸੇਵਾ ਕਰਾਉਣ ਲਈ। ਤੇ ਜਦੋਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਵਾਪਸ ਜਾਂਦੇ ਸਨ, ਉੱਥੇ ਮੈਂ ਤਾਂ ਕਹਿ ਰਿਹਾ, ਕਰਮ ਸਿੰਘ ਹਿਸਟੋਰੀ ਨੇ ਐਡਿਟ ਕੀਤੀ, ਉਹਦੇ ਵਿੱਚੋਂ ਲਿਖਿਆ, ਉਹ ਪਿਛਲੀ ਖੁਰੀ ਜਾਂਦੇ ਸਨ। ਪਿਛਲੀ ਖੁਰੀ ਦਾ ਮਤਲਬ ਕਿ ਚਮਕੌਰ ਸਾਹਿਬ ਤੋਂ ਜਾਣ ਲੱਗਿਆਂ ਪਿੱਠ ਨਹੀਂ ਸਨ ਕਰਦੇ ਚਮਕੌਰ ਸਾਹਿਬ ਵੱਲ, ਪਿੱਠ ਬੇਲੇ ਵੱਲ ਕਰਦੇ ਸਨ ਤੇ ਪਿਛਲ ਪੈਰ ਤੁਰ ਕੇ ਜਾਂਦੇ ਸਨ। ਭਾਵਨਾ ਵਾਲੇ ਕਰ ਸਕਦੇ ਆ ਜੀ। ਤੇ ਜਦੋਂ ਉਹ ਥਾਂ ਲੱਭ ਗਿਆ ਬੈਰਾਗ ਵਿੱਚ ਆਏ, ਰਹਿਰਾਸ ਦੇ ਪਾਠ ਵੇਲੇ
ਰੋਜ਼ਾਨਾ ਰਹਿਰਾਸ ਦਾ ਪਾਠ ਉੱਤੇ ਹੋਣਾ। ਤੇ ਉਹਨਾਂ ਨੇ ਇੱਕ ਸ਼ਬਦ ਕਹਿਣਾ, ਸੰਗਤ ਇਕੱਠੀ ਹੋਣ ਲੱਗ ਪਈ। ਉਹਨਾਂ ਕਹਿਣਾ, ਭਾਈ ਸਾਹਿਬ ਨੂੰ ਅਰਦਾਸ ਕਰ ਲੱਗਿਆ, ਬੜਾ ਸ਼ਬਦ ਹੋਰ ਤਰ੍ਹਾਂ ਲੱਗੇਗਾ, ਭਾਈ ਸਾਹਿਬ ਜੀ ਅਰਦਾਸ ਮੇਰੀ ਰੋਜ਼ ਕਰਿਆ ਜੇ, ਬੜੀ ਅਦਭੁਤ ਅਰਦਾਸ ਹੈ, ਉਹ ਕੋਈ ਨਹੀਂ ਕਰਦਾ ਅੱਜ ਤੀਕਰ ਕੋਈ। ਹਾਂ, ਜਾ ਕਿਤੇ ਗੁਰੂ ਗੋਬਿੰਦ ਸਿੰਘ ਨੇ ਸ਼ਬਦ ਦਮਦਮਾ ਸਾਹਿਬ ਕਹੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਭਾਈ ਸਾਹਿਬ ਅਰਦਾਸ ਕਰੋ, ਸਰਦਾਰ ਜੀ ਥਾਂ ਲੱਭੀ ਰਾਈਸ ਬੰਦਾ। ਭਾਈ ਸਾਹਿਬ ਨੂੰ ਪੁੱਛਣਾ ਸਰਦਾਰ ਜੀ ਕੀ ਕਹਿਣ ਲੱਗੇ? ਪਹਿਲੇ ਦਿਨ ਕਹਿ ਦਿੱਤਾ ਰੋਜ਼ ਅਰਦਾਸ ਕਰਿਓ। ਕੀ ਜੀ? ਸਰਦਾਰ ਦਿਆਲ ਸਿੰਘ ਦਾ ਬੰਸ ਨਾ ਅੱਗੇ ਚੱਲੇ। ਮੈਂ ਕਿਹਾ ਬੜੀ ਅਦਭੁਤ ਗੱਲ ਹੈ ਇਸ ਸੇਵਾ ਵਾਲੀ ਦਾਨ ਦੀ, ਕਿ ਦਿਆਲ ਸਿੰਘ ਦਾ ਅੰਸ਼ ਨਾ ਅੱਗੇ ਚੱਲੇ, ਦਿਆਲ ਸਿੰਘ ਦੀ ਬੰਸ ਨਾ ਅੱਗੇ ਚੱਲੇ, ਮੈਨੂੰ ਔਲਾਦ ਨਹੀਂ ਚਾਹੀਦੀ। ਸੰਗਤ ਬਿਰਹਾ ਵਿੱਚ ਆ ਜਾਣਾ, ਸਰਦਾਰ ਜੀ ਇੰਨੀ ਸੇਵਾ ਕਰਦੇ ਹੋ, ਨਗਨ ਚਰਨ ਆਉਂਦੇ ਹੋ, ਪਿੱਛਲ ਪੈਰ ਜਾਂਦੇ ਹੋ। ਕਹਿਣ ਲੱਗੇ ਨਹੀਂ ਹੋਏ, ਇਹ ਉਹ ਥਾਂ ਹੈ ਜਿੱਥੇ ਪੁੱਤਰਾਂ ਦੇ ਦਾਨੀ ਨੇ ਆਪਣੇ ਪੁੱਤਰ ਕੁਰਬਾਨ ਕੀਤੇ ਪੰਥ ਦੀ ਖਾਤਰ। ਅੱਜ ਥਾਂ ਬਣਾ ਕੇ ਕੱਲ ਨੂੰ ਮੇਰੀ ਔਲਾਦ ਕਬਜ਼ਾ ਕਰਕੇ ਨਾ ਕਹਿ ਜਾਏ ਸਾਡੇ ਪਿਓ ਨੇ, ਸਾਡੇ ਦਾਦੇ ਨੇ ਬਣਾਇਆ। ਮੈਂ ਚਾਹੁੰਦਾ ਸੇਵਾ ਲੈ ਲੈ, ਅੰਸ ਬੰਸ ਨਾ ਹੀ ਚੱਲੇ, ਜਿਹਦਾ ਥਾਂ ਹੈ ਉਹਦੇ ਨਾਮ ਦੀ ਜੈ ਜੈਕਾਰ ਹੁੰਦੀ ਰਹੇ। ਪਿਆਰਿਓ, ਇਹ ਸੱਚ ਜੇ, ਤੁਸੀਂ ਪੁੱਛੋ, ਇਹ ਹਕੀਕਤ ਹੈ ਉਸ ਧਰਤੀ ਦੀ। ਮੈਂ ਤਾਂ ਕਿਹਾ ਉਹਦੀ ਬੜੀ ਅਦਭੁਤ ਅਰਦਾਸ ਹੈ ਕਿ ਮੈਂ ਸੇਵਾ ਕਰ ਰਿਹਾ, ਮੇਰਾ ਨਾਮ ਨਾ ਹੋਵੇ। ਪਰ ਭਾਵੇਂ ਉਹਨਾਂ ਕਿਹਾ ਨਾ ਹੋਵੇ, ਪਰ ਅੱਜ ਵੀ ਅਸੀਂ ਦੇਖਦੇ ਹਾਂ ਉਸ ਦੀ ਸੇਵਾ ਨੂੰ ਸਵੀਕਾਰ ਕੀਤਾ ਗਿਆ। ਮੇਰੀ ਬੇਨਤੀ ਹੈ ਕਿ ਮਹਾਰਾਜ ਕਹਿੰਦੇ ਆ ਤੂੰ ਤੀਰਥ ਇਸ਼ਨਾਨ ਕਰਨਾ ਹੈ, ਤੂੰ ਦਾਨ ਕਰਨਾ ਹੈ, ਤੂੰ ਵਰਤ ਕਰਨਾ ਹੈ, ਕੰਮ ਸਾਰੇ ਭਲੇ ਨੇ ਤੇਰੇ, ਪਰ ਜਦੋਂ ਤੇਰੇ ਅੰਦਰ ਇਹ ਕੌਮੇ ਨਿਕਲ ਪੈਂਦੀ ਹੈ, ਮੈਂ ਇਹ ਫੁਰਨਾ, ਤੂੰ ਮੰਨ ਲਓ ਬੋਰਡ ਨਾ ਵੀ ਲਵਾ, ਕਿਸੇ ਨੂੰ ਨਾਮ ਹੀ ਦੱਸ, ਰਸੀਦ ਨਾਮ ਹੀ ਕਟਾ, ਪਰ ਜਦੋਂ ਤੇਰੇ ਅੰਦਰ ਇਕੱਲਿਆਂ ਬੈਠਿਆਂ ਇਹ ਖਿਆਲ ਪੈਦਾ ਹੋਇਆ ਕਿ ਮੈਂ ਆਹ ਕੀਤਾ, ਉਸ ਫੁਰਨੇ ਨੇ ਇਸ ਤਰ੍ਹਾਂ ਮੈਲ ਪਾ ਕੇ ਰੱਖ ਦੇਣੀ ਹੈ ਜਿਵੇਂ ਨਾਤੇ ਹੋਏ ਹਾਥੀ ਦੇ ਸਿਰ ਦੇ ਉੱਤੇ ਮਿੱਟੀ ਪੈ ਜਾਂਦੀ ਹੈ। ਮਹਾਰਾਜ ਜੀ ਨੇ ਕਿਹਾ ਤੀਰਥ ਵਰਤ ਅਰਦਾਨ ਕਰ। ਮੈਂ ਅਰਜ਼ ਕੀਤੀ ਬੜਾ ਸੂਖਸ਼ਮ ਹੈ, ਸਥੂਲਤਾ ਦੀ ਗੱਲ ਨਹੀਂ ਅੱਜ ਕੀਤੀ। ਮਨ ਮੈਂ ਧਰੈ ਗੁਮਾਨ ਕਿਹਾ, ਆਪ ਕੋਈ ਵੀ ਨਾ ਪਤਾ ਹੋ ਕਿਸੇ ਨੂੰ, ਆਪਣੇ ਅੰਦਰ ਹੀ ਫੁਰਨਾ ਉੱਠਣਾ। ਤੇ ਉਂਝ ਜਿੱਥੇ ਫੁਰਨਾ ਉੱਠਦਾ ਨਾ ਉੱਦਾਂ ਰਿਜ਼ਲਟ ਨਾਲ ਹੀ ਮਿਲ ਜਾਂਦਾ। ਵੈਸੇ ਆਪ ਸਭ ਦਾ ਤਜਰਬਾ ਹੋਣਾ। ਮੰਨ ਲਓ ਆਪ ਅੰਮ੍ਰਿਤ ਵੇਲੇ ਰੋਜ਼ ਉੱਠਨੇ, ਇਕੱਲੇ ਬੈਠੇ ਉੱਠੇ ਜਾਈਏ, ਕੋਈ ਵੀ ਘਰ 'ਚ ਨਾ ਹੋਵੇ, ਜਿੱਦਣ ਕਿਤੇ ਥੋੜ੍ਹਾ ਜਿਹਾ ਫੁਰਨਾ ਇਹ ਉੱਠ ਗਿਆ ਵੀ ਵਾਹ ਜੀ ਕਿੰਨੇ ਦਿਨ ਹੋ ਗਏ ਨੇ ਉੱਠਣੇ ਪਏ ਆ, ਦੂਜੇ ਦਿਨ ਉੱਠ ਕੇ ਦਿਖਾਇਓ, ਕੋਈ ਕਾਂਜੀ ਦੀ ਬੂੰਦ ਪੈ ਜਾਣੀ ਉਸ ਦਿਨ। ਇਸੇ ਕਰਕੇ ਮੈਂ ਬੇਨਤੀ ਕਰਾਂ ਕਿ ਗੁਰੂ ਅੱਗੇ ਅਰਦਾਸ ਹੈ, ਸਤਿਗੁਰੂ ਤੂੰ ਸ਼ੁਭ ਕਰਮ ਕਰਾਨਾ ਪਿਆ, ਕਿਤੇ ਮੈਲ ਨਾ ਬਣ ਜਾਣ, ਤੂੰ ਮਿਹਰ ਕਰ, ਸਾਡੇ ਅੰਦਰ ਨੂੰ ਟਿਕਾ ਦੇ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਸਾਰੇ ਮਹਾਂਪੁਰਖਾਂ ਕਿਹਾ। ਸਮਾਪਤੀ ਤੇ ਕਬੀਰ ਜੈਸੇ ਗੁਰੂ ਮਹਾਂਪੁਰਖ ਭਗਤ ਜੀ ਉਹ ਕਹਿੰਦੇ ਨੇ ਮੈਂ ਹੱਜ ਕਰਨ ਗਿਆ, ਬੜਾ ਹੋਰ ਤਰ੍ਹਾਂ ਲੱਗੇਗਾ। ਬੜੇ ਜਿੰਨੇ ਅਧਿਆਤਮਕਵਾਦੀ ਨੇ ਉਹਨਾਂ ਦੇ ਮੱਕੇ, ਉਹਨਾਂ ਦੇ ਮੰਦਰ, ਉਹਨਾਂ ਦੇ ਮਸਜਿਦ, ਖਿਮਾ ਕਰੀ ਉਹਨਾਂ ਦੇ ਗੁਰਦੁਆਰੇ, ਬਾਹਰ ਦੀ ਗੱਲ ਕਿ ਉਹ ਖੁਦ ਮੰਦਰ ਮਸਜਿਦ ਤੇ ਗੁਰਦੁਆਰਾ ਬਣ ਜਾਂਦੇ ਨੇ। ਉਹ ਕਹਿੰਦੇ ਨੇ ਕਬੀਰ ਖੱਜ ਕਾਬਾ ਹੂੰ ਜਾਏ ਥਾ, ਆਗੇ ਮਿਲਿਆ ਖੁਦਾਏ। ਕਹਿੰਦੇ ਰਾਹ 'ਚ ਹੀ ਮਿਲ ਗਿਆ, ਸਾਈਂ ਮੁਝ ਸਿਓ ਲੜ ਪਰਿਆ, ਤੁਝ ਕਿਨ ਫਰਮਾਈ ਗਾਏ। ਤੈਨੂੰ ਕਿਹਨੇ ਕਹਿਤਾ ਮੇਰੇ ਨਾਂ ਤੇ ਤੂੰ ਇਹ ਗਾਵਾਂ ਦੀ ਕੁਰਬਾਨੀ ਦੇ। ਅੱਗੇ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ ਆ, ਭਗਤ ਜੀ ਰੱਬ ਨੂੰ ਪੁੱਛਿਆ ਜੀ ਮੈਂ ਤੇਰੇ ਲਈ ਆਇਆ। ਕਹਿਣ ਲੱਗੇ ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੈ ਜਾਏ, ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਜੇ ਤੇਰੇ ਅੰਦਰ ਦੀ ਸਫਾਈ ਨਹੀਂ ਹੋਈ, ਅੰਦਰ ਹੀ ਮੈਲ ਲਈ ਫਿਰਨਾ। ਇਹ ਸੱਚੇ ਪਾਤਸ਼ਾਹ ਜੋ ਅੱਜ ਕਥਾ ਕੀਤੀ ਹੈ ਜ਼ਿੰਦਗੀ 'ਚ ਜੀਵਨ ਬਖਸ਼ ਦੇ, ਕਿਉਂਕਿ ਗੱਲਾਂ ਕਰਨੀਆਂ ਰਸ ਲੈ ਕੇ ਬੜੀਆਂ ਸਵਾਦੀ ਹੁੰਦੀਆਂ ਨੇ, ਜੀਵਨ ਕਮਾਣੇ ਬੜੇ ਮੁਸ਼ਕਲ ਨੇ। ਕੱਲ੍ਹ ਨੂੰ ਗੁਰੂ ਜੀ ਦਾ ਬਚਨ ਲਾਂਗੇ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਅੱਜ ਦੇ ਬਚਨ ਕਿ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਮੇਰੇ ਤੋਂ ਬਹੁਤ ਭੁੱਲਾਂ ਹੋਈਆਂ ਨੇ,
ਮੈਂ ਯਤਨ ਕੀਤਾ ਦੋਨੋਂ ਪੱਖ ਰੱਖਣ ਦਾ ਬਾਣੀ ਵਿੱਚੋਂ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ।